ਬਾਇਨਰੀ ਇੰਸਟ੍ਰਕਟਰ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਲਗਾਤਾਰ ਤੁਸੀਂ ਵੀਡੀਓਜ਼ ਦੇਖ ਰਹੇ ਹੋ ਤੇ ਤੁਹਾਡੇ ਕਮੈਂਟ ਵੀ ਆ ਰਹੇ ਨੇ। ਤੁਸੀਂ ਜ਼ਿਆਦਾਤਰ ਇਸ ਚੀਜ਼ ਤੇ ਜ਼ੋਰ ਦੇ ਰਹੇ ਹੋ ਸਾਰੇ ਵੀ ਵਰਡ, ਐਕਸਲ, ਪਾਵਰਪੁਆਇੰਟ ਟੌਪਿਕ ਕਰਵਾਇਆ ਜਾਵੇ, ਉਹਦੇ ਵਿੱਚੋਂ ਵੀ ਸ਼ਾਰਟਕਟ ਕੀਜ਼ ਦੇ ਉੱਪਰ। ਸੋ ਉਹੀ ਅੱਜ ਡਿਮਾਂਡ ਤੁਹਾਡੀ ਪੂਰੀ ਕਰਨ ਲੱਗੇ ਹਾਂ। ਸੋ ਵੈਸੇ ਤਾਂ ਆਪਾਂ ਲਗਾਤਾਰ ਜਿਹੜੇ ਸੀ ਲੈਵਲ 3 ਡਿਸਕਸ ਕਰ ਰਹੇ ਸੀ, ਹੈ ਨਾ। ਕੰਪਿਊਟਰ ਦੇ ਕੁਐਸਚਨ ਆਪਾਂ ਦੇਖ ਰਹੇ ਹਾਂ, ਬਹੁਤ ਡੀਪ ਦੇ ਵਿੱਚ ਆਪਾਂ ਐਨਾਲਿਸਿਸ ਕਰ ਰਹੇ ਹਾਂ, ਤਾਂ ਕਰਕੇ ਆਪਣਾ ਕੋਈ ਵੀ ਕੁਐਸਚਨ ਹੈ ਜਿਹੜਾ ਉਹ ਆਊਟ ਆਫ ਕੰਟੈਕਸਟ ਨਾ ਜਾਵੇ। ਜੇ ਸਾਨੂੰ ਸਾਰਾ ਕੰਟੈਕਸਟ ਸਮਝ ਆਊਗਾ ਫਿਰ ਚੀਜ਼ਾਂ ਪਤਾ ਲੱਗਦੀਆਂ ਨੇ ਵੀ ਕਿਵੇਂ ਹੁੰਦੀਆਂ ਨੇ, ਹਨਾ। ਸੋ ਉਹਨਾਂ ਚੀਜ਼ਾਂ ਲਈ ਤੁਸੀਂ ਬਹੁਤ ਜ਼ਿਆਦਾ ਤੁਹਾਡੇ ਮੈਸੇਜ ਵੀ ਆਉਂਦੇ ਆ ਵੀ ਕੰਟੈਂਟ ਤੁਹਾਨੂੰ ਅੱਛਾ ਲੱਗਦਾ, ਤਾਂ ਇਹ ਚੀਜ਼ਾਂ ਕੀ ਕਰਦੀਆਂ ਨੇ, એનર્ਜੀ ਦਿੰਦੀਆਂ ਨੇ, ਬੂਸਟ ਅਪ ਹੁੰਦਾ ਹੈ, ਹਨਾ। ਇਸ ਚੀਜ਼ ਦੇ ਨਾਲ ਤਾਂ ਹੋਰ ਜ਼ਿਆਦਾ ਮਿਹਨਤ ਕਰਨ ਨੂੰ ਮਨ ਕਰਦਾ, ਹਨਾ। ਸੋ ਹੁਣ ਆਪਾਂ ਸਟਾਰਟ ਕਰਾਂਗੇ ਚੈਪਟਰ ਜਿਹੜਾ ਹੈ ਇਹ 8ਵਾਂ, ਜਿਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ MS ਆਫਿਸ ਰੱਖਿਆ ਹੋਇਆ। ਆਫਿਸ ਦੇ ਵਿੱਚ 8ਵਾਂ ਚੈਪਟਰ ਆਫਿਸ ਦਾ, ਇਹਦੇ ਵਿੱਚ ਹੀ ਆਪਾਂ ਪਾਵਰ ਪੁਆਇੰਟ, ਵਰਡ ਤੇ ਐਕਸਲ ਤਿੰਨੋਂ ਹੀ ਇਹ ਕਹਿ ਲਓ ਵੀ ਟੂਲ ਕਹਿ ਸਕਦੇ ਇਹਨਾਂ ਨੂੰ, ਸੌਫਟਵੇਅਰ ਕਹਿ ਸਕਦੇ ਹਾਂ, ਇਹ ਰੱਖੇ ਹੋਏ ਨੇ। ਇਹਦੇ ਆਪਾਂ ਪਹਿਲਾਂ ਡਿਸਕਸ ਕਰਾਂਗੇ ਪਾਵਰ ਪੁਆਇੰਟ ਦੀ ਸ਼ਾਰਟਕਟ ਕੀਜ਼। ਪਾਰਟ 1 ਹੈ, 2 ਪਾਰਟ ਦੇ ਵਿੱਚ ਆਪਾਂ ਇਹ ਕਵਰ ਕਰਾਂਗੇ। ਪਾਰਟ 1 ਜਿਹੜਾ ਹੈ ਉਹ ਚਾਹੇ ਤੁਸੀਂ ਕੋਈ ਵੀ ਪੇਪਰ ਦੇਣ ਜਾ ਰਹੇ ਹੋ, ਚਾਹੇ ਜਿਵੇਂ ਹੁਣ ਕਲਰਕ ਦਾ ਪੇਪਰ ਆ ਰਿਹਾ ਹੈ ਨਾ, BEET+B ਦੇ ਜਿੰਨੇ ਵੀ ਪੇਪਰ, ਸਾਰੇ ਹੀ ਪੇਪਰਾਂ ਵਾਸਤੇ ਇਹ ਇੰਪੋਰਟੈਂਟ ਹੈ। ਇਹਦੇ ਵਿੱਚ ਸਾਰੇ ਹੀ ਕੁਐਸਚਨ ਪਾਏ ਹੋਏ ਨੇ, ਥਿਊਰੀ ਵੀ ਕਰਾਂਗੇ ਨਾਲ ਕੁਐਸਚਨ ਵੀ ਕਰਾਂਗੇ। ਤੇ ਜਿਹੜਾ ਪਾਰਟ ਦੂਜਾ ਹੋਊਗਾ ਉਹ ਫਿਰ ਜਿਹੜਾ ਹੋਊਗਾ ਉਹ ਲੈਵਲ ਦਾ ਹੋਊਗਾ, ਜਿਹੜੇ ਪੰਜਾਬ ਪੁਲਿਸ ਦੇ ਐਗਜ਼ਾਮ ਨੇ, ਜਿਹੜੇ TCS ਲੈਂਦਾ, ਸੋ ਉਸ ਲੈਵਲ ਦਾ ਦੇਖਾਂਗੇ ਆਪਾਂ, ਹਨਾ। ਸੋ ਉਹ ਚੀਜ਼ ਦੇ ਲਈ ਬੇਸਿਕ ਤਾਂ ਹਰ ਚੀਜ਼ ਦਾ ਜ਼ਰੂਰੀ ਹੁੰਦਾ, ਤਾਂ ਬੇਸਿਕ ਚੰਗੀ ਤਰ੍ਹਾਂ ਆਪਾਂ ਕਨਸੈਪਟ ਜਿਹੜੇ ਡਿਵੈਲਪ ਕਰਾਂਗੇ, ਫਿਰ ਸਾਡਾ ਕੋਈ ਵੀ ਕੁਐਸਚਨ ਨਹੀਂ ਫਸੂਗਾ, ਹਨਾ। ਸੋ ਸ਼ਾਰਟਕਟ ਕੀ ਨੂੰ ਮੇਨਲੀ ਆਪਾਂ ਕੈਟਾਗਰਾਈਜ਼ ਕੀਤਾ ਹੋਇਆ, ਜਿਵੇਂ ਜਰਨਲ ਸ਼ਾਰਟਕਟਸ ਆਮ ਤੌਰ ਤੇ ਸੌਖੀਆਂ ਜਿਹੜੀਆਂ, ਜਿਵੇਂ ਕਾਪੀ ਪੇਸਟ ਕਰਨਾ, ਹਨਾ। ਫਿਰ ਸਲਾਈਡ ਨੈਵੀਗੇਸ਼ਨ ਐਂਡ ਐਡੀਟਿੰਗ, ਜੇ ਆਪਾਂ ਸਲਾਈਡ ਸ਼ੋ ਬਣਿਆ ਹੋਇਆ ਇਹਨੂੰ ਨੈਵੀਗੇਟ ਕਰਨਾ ਤੇ ਐਡੀਟਿੰਗ ਦੇ ਲਈ ਜਿਹੜੀਆਂ ਵਰਤੀਆਂ ਜਾਂਦੀਆਂ ਨੇ, ਹਨਾ। ਫਿਰ ਸਲਾਈਡ ਸ਼ੋ ਚੱਲਦਾ ਉਹਦੇ ਲਈ, ਫਿਰ ਟੈਕਸਟ ਫਾਰਮੈਟਿੰਗ ਦੇ ਲਈ, ਫਿਰ ਟੈਬ ਨੈਵੀਗੇਸ਼ਨ ਦੇ ਲਈ, ਇਹ ਵੀ ਦੱਸੂਗਾ ਵੀ ਟੈਬਸ ਕੀ ਹੁੰਦੀਆਂ ਨੇ, ਹਨਾ। ਫਿਰ ਅਦਰ ਜਿਹੜੀਆਂ ਬਾਕੀ ਦੇ ਵਿੱਚ ਆ ਗਈਆਂ। ਸੋ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਜਰਨਲ ਦੀਆਂ ਕਿਹੜੀਆਂ ਨੇ। ਜਰਨਲ ਦੇ ਵਿੱਚ ਨਵੀਂ ਪ੍ਰੈਜੈਂਟੇਸ਼ਨ ਕਰਨਾ, ਕੰਟਰੋਲ N ਕ੍ਰੀਏਟ ਅ ਨਿਊ ਪ੍ਰੈਜੈਂਟੇਸ਼ਨ। ਇਹ ਬਾਹਰ ਤੁਸੀਂ ਲੈਪਟਾਪ ਦੇ ਵਿੱਚ ਕੰਟਰੋਲ N ਕਰ ਦੋਗੇ ਫਿਰ ਨਹੀਂ ਇਹ ਨਵੀਂ ਬਣਾਊਗਾ। ਇੱਕ ਆਲਰੇਡੀ ਪ੍ਰੈਜੈਂਟੇਸ਼ਨ ਖੁੱਲੀ ਹੋਈ ਆ ਆਪਣੇ ਕੋਲੇ, ਉਹਦੇ ਵਿੱਚ ਕੰਟਰੋਲ N ਕਰ ਦਾਂਗੇ ਤਾਂ ਇੱਕ ਨਵੀਂ ਪ੍ਰੈਜੈਂਟੇਸ਼ਨ ਬਣਾ ਦੂਗਾ, ਠੀਕ ਹੈ। ਇੱਥੇ ਮੈਂ ਥੋੜਾ ਜਿਹਾ ਕੁਝ ਹੋਰ ਦੱਸ ਦਿਆਂ ਵੀ ਮੈਂ ਜ਼ਿਆਦਾ ਪ੍ਰੈਕਟੀਕਲ ਨਹੀਂ ਆਪਾਂ ਕਰ ਸਕਦੇ, ਕਿਉਂਕਿ ਮੇਰੇ ਨਾਲ ਲੈਪਟਾਪ ਦੀ ਇੱਕ ਦੋ ਕੀ ਖਰਾਬ ਨੇ, ਜਿਵੇਂ ਆਲਟ ਨਹੀਂ ਚੱਲਦੀ, ਹਨਾ। ਤਾਂ ਉੱਥੇ ਦਿੱਕਤ ਹੈ, ਤਾਂ ਹੀ ਮੈਂ ਰੁਕਿਆ ਵੀ ਹੋਇਆ ਸੀ। ਮੈਨੂੰ ਐ ਸੀ ਵੀ ਥੋੜਾ ਜਿਹਾ ਦੇਖਣਾ ਸੀਗਾ ਵੀ ਲੈਪਟਾਪ ਕਿਤੋਂ ਨਵਾਂ ਅਰੇਂਜ ਕਰਨਾ ਸੀਗਾ, ਹਨਾ। ਤਾਂ ਪਰ ਇਹ ਸੀਗਾ ਵੀ ਤੁਸੀਂ ਕਹਿ ਰਹੇ ਹੋ ਵੀ ਪੇਪਰ ਕਰਕੇ, ਹਨਾ, ਜ਼ਰੂਰਤ ਹੈ ਹੁਣ, ਤਾਂ ਫਿਰ ਤੁਸੀਂ ਪ੍ਰੈਕਟੀਕਲ ਖੁਦ ਕਰਕੇ ਦੇਖਿਓ। ਮੈਂ ਰਿਕਮੈਂਡ ਕਰੂੰਗਾ ਵੀ ਨਾਲ ਲੈਪਟਾਪ ਖੋਲ ਕੇ ਦੇਖੋ, ਤਾਂ ਤੁਹਾਨੂੰ ਜ਼ਿਆਦਾ ਸਮਝ ਆਊਗੀ। ਕੋਈ ਗੱਲ ਨਹੀਂ, 15-20 ਮਿੰਟਾਂ ਦਾ ਫਰਕ ਪਊਗਾ, ਜ਼ਿਆਦਾ ਨਹੀਂ ਲੱਗਦਾ। ਨਾਲ ਪ੍ਰੈਕਟੀਕਲ ਕਰਕੇ ਦੇਖਿਓ, ਫਿਰ ਦੇਖਿਓ ਨਜ਼ਾਰੇ ਆਉਂਦੇ। ਫਿਰ ਤੁਹਾਨੂੰ ਆਪੇ ਹੀ ਪਤਾ ਲੱਗਣਾ ਵੀ ਠੀਕ ਹੈ ਯਾਰ, ਐਵੇਂ ਡਰੀ ਗਏ ਸੀ ਚੀਜ਼ਾਂ ਤੋਂ। ਮੈਂ ਮੰਨਦਾ ਵੀ ਇਹ ਬਹੁਤ ਜ਼ਿਆਦਾ ਸ਼ਾਰਟਕਟ ਕੀ ਨੇ, ਪਰ ਜੇ ਪ੍ਰੈਕਟੀਕਲ ਤਰੀਕੇ ਨਾਲ ਕਰੋਗੇ ਤਾਂ ਇਹ ਬੜਾ ਹੀ ਸੌਖਾ ਕੰਮ ਆ, ਠੀਕ ਹੈ। ਨਵੀਂ ਪ੍ਰੈਜੈਂਟੇਸ਼ਨ ਕ੍ਰੀਏਟ ਕਰਨੀ ਹੈ, ਪਹਿਲਾਂ ਵਾਲੀ ਖੁੱਲੀ ਹੋਈ ਹੈ, ਕੰਟਰੋਲ N ਕਰੋਗੇ ਨਵੀਂ ਬਣ ਜੂ। ਕੰਟਰੋਲ N ਸਾਰਿਆਂ ਦੇ ਲਈ ਆ, ਕੋਈ ਵਰਡ ਦੀ ਫਾਈਲ ਖੋਲੀ ਉੱਥੇ ਵੀ ਚੱਲੂਗਾ, ਕੋਈ ਵਿੰਡੋ ਖੋਲੀ ਹੈ ਤੁਸੀਂ ਆਪਣੇ ਲੈਪਟਾਪ ਦੇ ਵਿੱਚ, ਕੋਈ ਡਰਾਈਵ ਖੋਲੀ ਹੈ, ਕਿਤੇ ਵੀ ਕੰਟਰੋਲ N ਕਰੋਗੇ ਤਾਂ ਨਿਊ ਬਣ ਕੇ ਆ ਜਾਊਗਾ, ਜੋ ਖੋਲਿਆ ਹੋਇਆ ਉਹਦੇ ਵਰਗਾ ਹੀ ਬਣ ਕੇ ਆ ਜਾਊਗਾ, ਹਨਾ। ਅਗਲਾ ਹੈਗਾ ਕੰਟਰੋਲ O। ਐਗਜ਼ਿਸਟਿੰਗ ਕੋਈ ਪ੍ਰੈਜੈਂਟੇਸ਼ਨ ਹੈ, ਕੋਈ PPT ਪਈ ਹੈ, ਉਹਨੂੰ ਖੋਲਣਾ ਤਾਂ ਕੰਟਰੋਲ O, ਸੇਵ ਕਰਨਾ ਤਾਂ ਕੰਟਰੋਲ S, ਪ੍ਰਿੰਟ ਕਰਨਾ ਤਾਂ ਕੰਟਰੋਲ P, Z ਅਨਡੂ ਦੇ ਲਈ ਹੁੰਦਾ। ਕੋਈ ਵੀ ਐਕਸ਼ਨ ਪਰਫਾਰਮ ਕਰਤਾ, ਮੈਂ 10 ਲਾਈਨਾਂ ਲਿਖਤੀਆਂ, ਮੈਂ ਸੋਚਿਆ ਨਹੀਂ ਲਿਖਣੀਆਂ ਸੀ, ਤਾਂ ਕੀ ਕਰਦਾ ਕੰਟਰੋਲ Z ਅਨਡੂ। ਜਾਂ ਕੁਝ ਡਿਲੀਟ ਹੋ ਗਿਆ ਤਾਂ ਉਹਨੂੰ ਵਾਪਸ ਲਿਆਉਣਾ, ਕੀ ਕਰ ਦਾਂਗੇ ਅਨਡੂ, ਠੀਕ ਹੈ। ਤੇ ਰੀਡੂ ਦਾ ਮਤਲਬ ਕੀ ਹੁੰਦਾ, ਅਨਡਨ। ਜਿਵੇਂ ਮੰਨ ਲਓ ਮੈਂ 10 ਲਾਈਨਾਂ ਲਿਖੀਆਂ ਤੇ ਉਹਨੂੰ ਮੈਂ ਕੰਟਰੋਲ Z ਕਰੂੰ, ਉੱਡ ਜਾਣੀਆਂ। ਮੈਂ ਸੋਚਿਆ ਮੈਨੂੰ ਚਾਹੀਦੀਆਂ ਨੇ ਦੁਬਾਰਾ, ਮੈਂ ਕੰਟਰੋਲ Y ਕਰ ਦੂੰਗਾ, ਰੀਡੂ, 10 ਲਾਈਨਾਂ ਦੁਬਾਰੇ ਆ ਜਾਣਗੀਆਂ, ਠੀਕ ਹੈ। ਫਾਈਂਡ, ਕੰਟਰੋਲ F ਚੱਲਦਾ ਫਾਈਂਡ। ਜਿਵੇਂ ਆਪਾਂ ਵਰਡ, ਐਕਸਲ ਸਾਰਿਆਂ 'ਚ ਕੰਟਰੋਲ F ਚੱਲੂਗਾ, ਕੋਈ ਵੀ ਸ਼ਬਦ ਆਪਾਂ ਫਾਈਂਡ ਆਊਟ ਕਰਨਾ ਹੈ ਕੰਟਰੋਲ F ਆ ਜਾਊਗਾ, ਉੱਥੇ ਆਪਾਂ ਭਰ ਦਾਂਗੇ, ਫਿਰ ਨੈਕਸਟ ਕਰਦੇ ਜਾਵਾਂਗੇ, ਠੀਕ ਹੈ। ਇਹ ਹੁੰਦਾ ਰਿਪਲੇਸ ਦੀ ਟੈਕਸਟ ਵਿਦਿਨ ਦੀ ਪ੍ਰੈਜੈਂਟੇਸ਼ਨ। ਕੰਟਰੋਲ H ਕਰੋਗੇ, ਫਾਈਂਡ ਪਲੱਸ, ਇਹ ਦੋਨੋਂ ਇਕੱਠੇ ਚੱਲਦੇ ਹੁੰਦੇ ਨੇ, ਫਾਈਂਡ ਤੇ ਰਿਪਲੇਸ। ਫਾਈਂਡ ਕਰੋਗੇ ਫਿਰ ਰਿਪਲੇਸ ਕਰੋਗੇ, ਵੀ ਬਹੁਤ ਸੌਖਾ
ਇਹ ਵਧੀਆ ਸ਼ਾਰਟਕਟ ਨੇ, ਬਹੁਤ ਹੈਲਪ ਕਰਦੇ ਨੇ। ਅਗਰ ਤੁਹਾਡੇ ਕੋਲੇ 300 ਫਾਈਲਾਂ 300 ਪੇਜਾਂ ਦੀ ਇੱਕ ਫਾਈਲ ਆ, 300 ਪੇजेस ਨੇ, ਇਹਦੇ ਵਿੱਚ ਕਹਿ ਲਓ ਵੀ 150 ਟਾਈਮਸ ਕੁਛ ਆਇਆ ਹੋਇਆ। ਮੰਨ ਲਓ ਮੇਰਾ ਨਾਮ ਆਇਆ ਹੋਇਆ ਕੁਲਦੀਪ ਸਿੰਘ ਲਿਖਿਆ ਹੋਇਆ, ਮੈਂ ਕੁਲਦੀਪ ਸਿੰਘ 150 ਟਾਈਮ ਹੈ। ਹੁਣ ਮੈਂ ਚੇਂਜ ਕਰਨਾ ਚਾਹੁੰਦਾ, ਕੁਲਦੀਪ ਸਿੰਘ ਸਿੱਧੂ ਕਰਨਾ ਚਾਹੁੰਦਾ, ਤਾਂ ਹੁਣ 150 ਥਾਂ ਤੇ ਥੋੜਾ ਜਾ ਕੇ ਆਪਾਂ ਕੁਲਦੀਪ ਸਿੰਘ ਦੇ ਨਾਲ ਸਿੱਧੂ ਪਾਵਾਂਗੇ। ਤਾਂ ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਕੰਟਰੋਲ ਐਚ ਕਰਾਂਗੇ, ਉੱਥੇ ਫਾਈਂਡ ਦੇ ਵਿੱਚ ਆਹ ਵਾਲਾ ਪਾ ਦਾਂਗੇ, ਰਿਪਲੇਸ ਦੇ ਵਿੱਚ ਕੁਲਦੀਪ ਸਿੰਘ ਸਿੱਧੂ, ਰਿਪਲੇਸ ਆਲ ਕਰ ਦਾਂਗੇ। ਸਿਰਫ ਤੇ ਸਿਰਫ 3-4 ਸੈਕਿੰਡ ਦੇ ਵਿੱਚ ਸਾਰਾ ਕੰਮ ਫਿਨਿਸ਼ ਹੋ ਜਾਣਾ। ਤਾਂ ਇਹ ਰਿਪਲੇਸ ਦਾ ਕੰਮ। ਸਿਲੈਕਟ ਆਲ ਆਪਾਂ ਨੂੰ ਪਤਾ ਹੀ ਹੁੰਦਾ, ਕੰਟਰੋਲ ਏ ਹਨਾ, ਤੇ ਕੱਟ ਕਰਨਾ ਤਾਂ ਕੰਟਰੋਲ ਐਕਸ, ਕਾਪੀ ਕਰਨਾ ਕੰਟਰੋਲ ਸੀ। ਤੁਹਾਨੂੰ ਆਉਂਦੇ ਨੇ ਸਾਰੇ, ਵੈਸੇ ਹੀ ਆਪਾਂ ਕਰ ਰਹੇ ਹਾਂ। ਪੇਸਟ ਕਰਨਾ ਕੰਟਰੋਲ ਵੀ, ਠੀਕ ਹੈ। ਕੰਟਰੋਲ ਵੀ ਬੈਨ ਵਾਲਾ ਹੁੰਦਾ ਬੋਲਡ ਕਰਨ ਦੇ ਲਈ, ਵੀ ਹੁੰਦਾ ਪੇਸਟ, ਵੀ ਆ ਬੈਨ ਵਾਲਾ ਹੁੰਦਾ ਪੇਸਟ ਦੇ ਲਈ, ਬੋਏ ਵਾਲਾ ਹੁੰਦਾ ਬੋਲਡ ਕਰਨ ਦੇ ਲਈ। ਸਿਮਿਲਰਲੀ ਇਟੈਲਿਕ, ਜਿਵੇਂ ਆਪਾਂ ਟੇਢਾ ਕਰ ਦਿੰਦੇ ਆ ਕਿਸੇ ਚੀਜ਼ ਨੂੰ ਹਨਾ, ਟੇਢੇ ਜਿਹੇ ਅੱਖਰਾਂ ਦਾ ਇਟੈਲਿਕ ਹੁੰਦਾ। ਅੰਡਰਲਾਈਨ ਯੂ ਦੇ ਨਾਲ ਹੋ ਜਾਂਦਾ। ਕੇ ਹੁੰਦਾ ਹਾਈਪਰਲਿੰਕ। ਹਾਈਪਰਲਿੰਕ ਕੀ ਹੁੰਦਾ, ਉਹ ਵਾਲਾ ਲਿੰਕ ਜਿਹਦੇ ਤੇ ਅਸੀਂ ਕਲਿੱਕ ਕਰੀਏ ਤਾਂ ਕਿਸੇ ਵੈਬਸਾਈਟ ਤੇ ਚਲੇ ਜਾਏਗੀ, ਉਹਨੂੰ ਆਪਾਂ ਕੀ ਬੋਲ ਦਿੰਦੇ ਆ, ਹਾਈਪਰਲਿੰਕ। ਇਹ ਯਾਦ ਰੱਖਣ ਵਾਲਾ ਇੰਪੋਰਟੈਂਟ ਹੈ, ਕਾਫੀ ਪੁੱਛਿਆ ਜਾ ਸਕਦਾ। ਹਾਈਪਰਲਿੰਕ ਦੇ ਲਈ ਕਿਹੜਾ ਹੁੰਦਾ, ਕੰਟਰੋਲ ਕੇ, ਯਾਦ ਰੱਖਣੀ ਹੈ ਗੱਲ, ਠੀਕ ਹੈ। ਅਗਲਾ ਹੈਗਾ ਹੁਣ ਅਲਾਈਨਮੈਂਟ ਆ ਗਈ। ਆਪਾਂ ਸਵਾਲ ਵੀ ਪੁੱਛੇ ਗਏ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਅਲਾਈਨਮੈਂਟ, ਟੈਕਸਟ ਦੀ ਅਲਾਈਨਮੈਂਟ ਮੈਂ ਅੱਗੇ ਵੀ ਦੱਸੂਗਾ ਵੀ ਰਾਈਟ ਅਲਾਈਨ ਕਰਨਾ ਹੈ, ਲੈਫਟ ਕਰਨਾ ਹੈ, ਸੈਂਟਰ ਦੇ ਵਿੱਚ ਕਰਨਾ ਹੈ, ਲੈਫਟ ਰਾਈਟ ਦੋਨੋਂ ਕਰਨੇ ਨੇ। ਤਾਂ ਜੇ ਲੈਫਟ ਦੇ ਲਈ ਐਲ, ਈ ਹੁੰਦਾ ਸੈਂਟਰ ਦੇ ਲਈ ਹਨਾ, ਤੇ ਆਰ ਹੁੰਦਾ ਰਾਈਟ ਦੇ ਲਈ, ਤੇ ਜੇ ਹੁੰਦਾ ਜਸਟੀਫਾਈਡ ਦੋਨੋਂ ਸਾਈਡ ਤੇ। ਇੱਕ ਵਾਰੀ ਇੱਥੇ ਇੰਨਾ ਹੀ ਪੜ੍ਹ ਲਓ, ਅੱਗੇ ਸਵਾਲ ਵੀ ਕਰਾਉਂਗਾ, ਐਗਜ਼ਾਮਪਲ ਵੀ ਦੇਖਾਂਗੇ ਆਪਾਂ ਹਨਾ। ਹੁਣ ਅੱਗੇ ਆ ਗਏ ਸਲਾਈਡ ਨੈਵੀਗੇਸ਼ਨ ਐਂਡ ਐਡੀਟਿੰਗ। ਤਾਂ ਜੇ ਆਪਾਂ ਕੰਟਰੋਲ ਐਮ ਕਰ ਦਈਏ ਤਾਂ ਇਨਸਰਟ ਨਿਊ ਸਲਾਈਡ। ਯਾਦ ਰੱਖਣਾ, ਜੇ ਆਪਾਂ ਨਵੀਂ ਪ੍ਰੈਜੈਂਟੇਸ਼ਨ ਬਣਾਉਣੀ ਆ ਫਿਰ ਤਾਂ ਆਪਾਂ ਕੀਤਾ ਸੀ ਕੰਟਰੋਲ ਐਨ, ਤੇ ਕੰਟਰੋਲ ਐਮ ਹੁੰਦਾ ਇੱਕੋ ਹੀ ਸਲਾਈਡ ਦੇ ਵਿੱਚ ਜ਼ਿਆਦਾ ਪ੍ਰੈਜੈਂਟੇਸ਼ਨ ਬਣਾਉਣੀਆਂ ਨੇ, ਸੌਰੀ ਜ਼ਿਆਦਾ ਸਲਾਈਡਸ ਬਣਾਉਣੀਆਂ ਨੇ। ਜਿਵੇਂ ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਕੋਸ਼ਿਸ਼ ਕਰਦੇ ਹਾਂ, ਆਪਾਂ ਵੀਡੀਓ ਨਾ ਬੰਦ ਹੋ ਜੇ ਕਈ ਵਾਰੀ। ਇੱਥੇ ਆਪਾਂ ਕੰਟਰੋਲ ਐਮ ਕਰਕੇ ਦੇਖ ਲੈਂਦੇ ਹਾਂ, ਆ ਦੇਖੋ ਨਵੀਂ ਆ ਗਈ ਨਾ ਆਪਣੇ ਕੋਲੇ, ਇੱਕੋ ਹੀ ਪ੍ਰੈਜੈਂਟੇਸ਼ਨ ਦੇ ਵਿੱਚ ਮਲਟੀਪਲ ਸਲਾਈਡਸ ਆ ਗਈਆਂ। ਜੇ ਕੰਟਰੋਲ ਐਨ ਕਰਾਂਗੇ ਤਾਂ ਇਹ ਕੀ ਹੋ ਗਿਆ, ਨਵੀਂ ਪ੍ਰੈਜੈਂਟੇਸ਼ਨ ਆ ਗਈ। ਇਹ ਨਹੀਂ ਆਪਾਂ ਨੂੰ ਚਾਹੀਦੀ, ਆਪਾਂ ਨੂੰ ਇਹੀ ਚਾਹੀਦੀ ਹੈ। ਇੱਥੇ ਆਪਾਂ ਦੇਖ ਰਹੇ ਸੀਗੇ ਤਾਂ ਕੰਟਰੋਲ ਐਮ ਦੇ ਲਈ ਨਿਊ ਸਲਾਈਡ ਹਨਾ, ਹਾਂ ਨਿਊ ਸਲਾਈਡ। ਤੇ ਡੀ ਹੁੰਦਾ ਡੁਪਲੀਕੇਟ ਸਿਲੈਕਟਡ ਆਬਜੈਕਟਸ ਔਰ ਸਲਾਈਡ। ਕਿਸੇ ਸਲਾਈਡ ਨੂੰ ਡੁਪਲੀਕੇਟ ਕਰਨਾ ਤਾਂ ਉੱਥੇ ਕੰਟਰੋਲ ਡੀ ਕਰ ਦਾਂਗੇ। ਜਿਵੇਂ ਆਹ ਵਾਲੀ ਆ, ਇਹਨੂੰ ਆਪਾਂ ਕੰਟਰੋਲ ਡੀ ਕਰਕੇ ਦੇਖੀਏ, ਇਹ ਆ ਦੇਖੋ ਇਹਦੇ ਵਰਗੀ ਆ ਗਈ ਨਾ, ਡੁਪਲੀਕੇਟ ਆ ਗਈ, ਤਾਂ ਕੰਟਰੋਲ ਡੀ ਕਰਦਾ ਡੁਪਲੀਕੇਟ। ਇਹ ਕਰਕੇ ਦੇਖਿਓ ਤੁਸੀਂ ਖੁਦ, ਇਹ ਨਜ਼ਾਰਾ ਹੀ ਬਹੁਤ ਆਉਂਦਾ, ਬੰਦੇ ਨੂੰ ਲੱਗਦਾ ਵੀ ਹਾਂ ਠੀਕ ਹੈ ਬਣ ਰਹੀ ਹੈ ਗੱਲਬਾਤ ਹਨਾ। ਸੋ ਡੁਪਲੀਕੇਟ ਦੇ ਲਈ ਹੈ। ਅੱਗੇ ਹੈਗਾ ਇਨਸਰਟ ਲਾਈਨ ਬ੍ਰੇਕ ਵਿਦਿਨ ਅ ਟੈਕਸਟ ਬਾਕਸ। ਜੇ ਹੁਣ ਆਪਾਂ ਇੱਥੇ ਐਂਟਰ ਦੱਬ ਦਾਂਗੇ ਤਾਂ ਇਹ ਨਵੀਂ ਲਾਈਨ ਚ ਆ ਜਾਊਗਾ, ਨਵਾਂ ਬੁਲਟਸ ਪੁਆਇੰਟ ਬਣ ਜਾਊਗਾ। ਬਟ ਅਸੀਂ ਚਾਹੁੰਦੇ ਹਾਂ ਵੀ ਬੁਲਟ ਪੁਆਇੰਟ ਪੈਰਾ ਵੀ ਨਾ ਬਣੇ, ਇਹ ਅਗਲੀ ਲਾਈਨ ਚ ਆ ਜੇ, ਤਾਂ ਫਿਰ ਸ਼ਿਫਟ ਐਂਟਰ ਚੱਲੂਗਾ। ਆ ਜਰੂਰ ਯਾਦ ਰੱਖਣਾ, ਲਾਈਨ ਬ੍ਰੇਕ ਦੇ ਲਈ ਕੀ ਚੱਲਦਾ, ਸ਼ਿਫਟ ਐਂਟਰ। ਕਲੀਅਰ ਹੋਈ ਗੱਲ। ਅੱਗੇ ਹੋ ਗਿਆ ਸਵਿਚ ਬਿਟਵੀਨ ਓਪਨ ਪ੍ਰੈਜੈਂਟੇਸ਼ਨ। ਇਹ ਹੁੰਦਾ ਕੰਟਰੋਲ F6। ਹੁਣ ਮੈਂ ਇੱਕ ਇੱਥੇ ਦੱਸ ਦਿਆਂ, ਹੁਣ ਇਹ ਸਲਾਈਡ ਸ਼ੋ ਮੋਡ ਦੇ ਵਿੱਚ ਪ੍ਰੈਜੈਂਟੇਸ਼ਨ ਚੱਲ ਰਹੀ ਹੈ, ਇਹਦੇ ਤੋਂ ਮੈਂ ਬਾਹਰ ਜਾਣਾ ਤਾਂ ਮੈਂ ਐਸਕੇਪ ਦਬਦਾ। ਐਸਕੇਪ ਦੇ ਲਈ ਆ ਕੁਛ ਨਾ ਕੁਛ ਲਿਖਿਆ, ਉਹ ਪੁੱਛਦਾ ਵੀ ਤੁਸੀਂ ਆਪਾਂ ਡਿਸਕਾਰਡ ਕੀਤਾ। ਤਾਂ ਹੁਣ ਆਪਾਂ ਕਰਕੇ ਦੇਖਦੇ ਹਾਂ ਕੰਟਰੋਲ F6। ਕੰਟਰੋਲ F6 ਆ ਦੇਖੋ ਸਵਿਚ ਕਰ ਰਿਹਾ ਨਾ, ਮਲਟੀਪਲ ਪ੍ਰੈਜੈਂਟੇਸ਼ਨ ਦੇ ਵਿੱਚ ਸਵਿਚ ਕਰ ਰਿਹਾ। ਤਾਂ ਇਹੀ ਸਵਾਲ ਸੀਗਾ ਵੀ ਸਵਿਚ ਕਰਨ ਦੇ ਲਈ ਕੰਟਰੋਲ F6 ਆ। ਕਲੀਅਰ ਹੋਈ ਗੱਲ। ਸੋ ਇਹ ਵਾਲੇ ਨੇ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਆਪਾਂ ਯਾਦ ਰੱਖਣੇ ਨੇ। ਇਸ ਤੋਂ ਬਾਅਦ ਸਲਾਈਡ ਸ਼ੋ ਪ੍ਰੈਜੈਂਟੇਸ਼ਨ। ਜੇ ਸਲਾਈਡ ਸ਼ੋ ਨੂੰ ਸਟਾਰਟਿੰਗ ਤੋਂ ਸਟਾਰਟ ਕਰਨਾ ਤਾਂ F5। ਇਹ ਸਵਾਲ ਬਹੁਤ ਵਾਰੀ ਪੁੱਛਿਆ ਗਿਆ, ਚਾਹੇ ਆਪਾਂ ਆਂਗਣਵਾੜੀ ਸੁਪਰਵਾਈਜ਼ਰ ਦੀ ਗੱਲ ਕਰੀਏ ਉੱਥੇ ਇਹ ਸਵਾਲ ਹੈ, ਬਾਕੀ ਦੇ ਹੋਰ ਜਿੰਨੇ ਵੀ ਪੇਪਰ ਹੋਏ ਨੇ ਇਹ ਇੰਪੋਰਟੈਂਟ ਆ। ਤੇ F5 ਜੇ ਆਪਾਂ ਪ੍ਰੈਜੈਂਟੇਸ਼ਨ ਦਾ ਸਲਾਈਡ ਸ਼ੋ ਸਟਾਰਟ ਕਰਨਾ ਤਾਂ ਸਟਾਰਟਿੰਗ ਤੋਂ, ਤੇ ਜੇ ਪ੍ਰੈਜੈਂਟੇਸ਼ਨ ਆਪਾਂ ਕਰੰਟ ਸਲਾਈਡ ਤੋਂ ਕਰਨੀ ਹੈ ਤਾਂ ਫਿਰ ਸ਼ਿਫਟ F5, ਠੀਕ ਹੈ ਯਾਦ ਰੱਖਣੀ। ਤੇ ਜੇ ਆਲਟ F5 ਹੁੰਦਾ ਪ੍ਰੈਜ਼ੈਂਟਰ ਵਿਊ ਹੁੰਦਾ। ਪ੍ਰੈਜ਼ੈਂਟਰ ਵਿਊ ਦੇ ਵਿੱਚ ਇਹ ਦਿਖਣ ਲੱਗ ਜਾਂਦਾ ਵੀ ਜਿਹੜੀ ਸਲਾਈਡ ਯੂਜ਼ਰ ਨੇ ਆਪ ਦੇਖਣੀ ਹੈ। ਮੰਨ ਲਓ ਮੈਂ ਤੁਹਾਨੂੰ ਸਲਾਈਡ ਸ਼ੋ ਦਿਖਾ ਰਿਹਾ, ਪ੍ਰੋਜੈਕਟਰ ਲਾਇਆ ਹੋਇਆ, ਪ੍ਰੋਜੈਕਟਰ ਦੇ ਵਿੱਚ ਜਿਹੜਾ ਤੁਹਾਨੂੰ ਦਿਖੂਗਾ ਉਹ ਸਕਰੀਨ ਦੇ ਇੱਕ ਪਾਸੇ ਆਊਗਾ, ਜਿਹੜਾ ਮੈਨੂੰ ਨੈਕਸਟ ਦਿਖੂਗੀ, ਕਿਉਂਕਿ ਮੈਂ ਸਲਾਈਡ ਨੂੰ ਦੇਖ ਦੇਖ ਕੇ ਬੋਲਣਾ ਹੈ ਜਾਂ ਕੀ ਪੁਆਇੰਟ ਨੋਟ
ਹੁੰਦੇ ਨੇ ਜਿਹੜੇ ਸਪੀਕਰ ਨੇ ਆਪ ਪੜ੍ਹਨੇ ਹੁੰਦੇ ਨੇ, ਉਹ ਪ੍ਰੈਜ਼ੈਂਟਰ ਵਿਊ ਹੁੰਦਾ ਹੈਗਾ। ਤਾਂ ਪ੍ਰੈਜ਼ੈਂਟਰ ਵਿਊ ਦੇ ਲਈ Alt F5 ਤਾਂ ਯਾਦ ਰੱਖਣਾ ਹੈ। ਕਰੰਟ ਤੋਂ F5 ਜੇ ਆਪਾਂ ਯਾਦ ਕਰਾਂਗੇ, ਕਰੰਟ ਤੋਂ F5 ਜੇ ਸੌਰੀ ਗਲਤ ਬੋਲ ਗਿਆ, ਬਿਗਨਿੰਗ ਤੋਂ F5, ਕਰੰਟ ਸਲਾਈਡ ਤੋਂ Shift F5 ਤੇ ਪ੍ਰੈਜ਼ੈਂਟਰ ਵਿਊ ਤੋਂ Alt F5। ਇਹ ਰਿਲੇਟ ਕਰਕੇ ਯਾਦ ਹੋਣੀ। ਐਗਜ਼ਿਟ ਵਾਲੀ ਮੈਂ ਦੱਸਦੀ, escape। ਨੈਕਸਟ ਸਲਾਈਡ ਦੇ ਲਈ N ਆਪਾਂ ਪ੍ਰੈਸ ਕਰ ਸਕਦੇ ਹਾਂ ਹਨਾ, ਜਿਵੇਂ ਆ ਦੇਖੋ ਇਸ ਤਰੀਕੇ ਨਾਲ ਅੱਗੇ। P ਦੇ ਲਈ ਪ੍ਰੀਵੀਅਸ ਆਪਾਂ ਕਰ ਸਕਦੇ ਹਾਂ, ਆ ਦੇਖੋ ਪ੍ਰੀਵੀਅਸ, ਹੁਣ ਮੈਂ P ਦੱਬ ਰਿਹਾ ਪਿੱਛੇ, N ਦੱਬ ਰਿਹਾ ਨੈਕਸਟ। ਸਿਮਿਲਰਲੀ W ਕੀ ਹੁੰਦਾ, ਜਾਂ ਤਾਂ ਆਪਾਂ ਕਹਿ ਸਕਦੇ ਹਾਂ ਵੀ ਬਲੈਂਕ ਸਲਾਈਡ, ਆ ਦੇਖੋ ਮੈਂ W ਪ੍ਰੈਸ ਕੀਤਾ, ਮੈਂ ਦੁਬਾਰੇ ਫਿਰ W ਨੂੰ ਪ੍ਰੈਸ ਕੀਤਾ, ਜਾਂ ਤਾਂ ਕਹਿ ਸਕਦੇ ਹਾਂ ਵੀ ਇਹ ਸਾਨੂੰ ਇੱਕ ਬਲੈਂਕ ਸਲਾਈਡ ਦਿੰਦਾ, ਜਾਂ ਇਹ ਵੀ ਕਹਿ ਸਕਦੇ ਹਾਂ ਹਾਈਡ ਔਰ ਸ਼ੋ ਦੀ ਪੈਨ ਐਂਡ ਪੁਆਇੰਟਰ ਟੂਲ। ਮੰਨ ਲਓ ਆਹ ਲਿਖਿਆ ਆਪਾਂ ਸਾਰਾ, ਇੱਥੇ ਆਪਾਂ W ਪ੍ਰੈਸ ਕਰਾਂਗੇ ਤਾਂ ਹਾਈਡ ਕਰਤਾ ਇਹਨੇ ਹਨਾ, ਸੋ ਇਹ ਵੀ ਕੰਮ ਸੌਖਾ। V ਹੁੰਦਾ ਜਿਹੜਾ ਇਹ ਬਲੈਂਕ ਦੀ ਸਕਰੀਨ, B ਕਹਿ ਲਓ ਬਲੈਂਕ ਕਰ ਦਿੰਦਾ। B ਦੇ ਲਈ ਆਪਾਂ ਕੌਮਾ ਵੀ ਚੱਲਦਾ, ਸੌਰੀ ਡਾਟ ਚੱਲਦਾ, B ਦੇ ਲਈ ਡਾਟ ਚੱਲੂਗਾ ਤੇ W ਦੇ ਲਈ ਕੌਮਾ ਚੱਲੂਗਾ। ਇੱਥੇ ਨਾਲ ਹੀ ਲਿਖ ਲਿਓ ਅਗਰ ਤੁਹਾਨੂੰ ਲੱਗਦਾ ਯਾਦ, ਨਹੀਂ ਤਾਂ ਮੈਂ ਅੱਗੇ ਵੀ ਦੱਸੂਗਾ। S ਦੇ ਲਈ ਸਟਾਪ ਔਰ ਰੀਸਟਾਰਟ ਦੀ ਆਟੋਮੈਟਿਕ ਪ੍ਰੈਜੈਂਟੇਸ਼ਨ, ਇਹ ਵੀ ਯਾਦ ਰੱਖਣ ਵਾਲੀ ਚੀਜ਼ ਹੈ ਹਨਾ। ਤਾਂ ਨੈਕਸਟ ਆਪਣੇ ਕੋਲ ਹੈਗੇ ਟੈਕਸਟ ਫਾਰਮੈਟਿੰਗ ਬੇਸਡ ਨੇ। ਟੈਕਸਟ ਫਾਰਮੈਟਿੰਗ ਬੇਸਡ ਜਿਵੇਂ ਸਾਈਜ਼ ਵਧਾਉਣਾ, ਇਨਕਰੀਜ਼ ਦੀ ਫੌਂਟ ਸਾਈਜ਼, ਕੰਟਰੋਲ ਸ਼ਿਫਟ ਪਲੱਸ ਗ੍ਰੇਟਰ ਦੈਨ, ਜਾਂ ਕੰਟਰੋਲ ਪਲੱਸ ਉਲਟ ਪੈ ਗਿਆ, ਆਹ ਵਾਲਾ ਸਾਈਨ ਪੈਣਾ ਸੀ, ਇਹ ਵਾਲੇ ਦੇ ਨਾਲ ਕੀ ਹੁੰਦਾ ਸਾਈਜ਼ ਇਨਕਰੀਜ਼ ਹੁੰਦਾ। ਜੇ ਆਪਾਂ ਸਾਈਜ਼ ਡਿਕਰੀਜ਼ ਕਰਨਾ ਹੋਵੇ ਤਾਂ ਫਿਰ ਆਹ ਵਾਲਾ, ਠੀਕ ਹੈ। ਕੰਟਰੋਲ ਸ਼ਿਫਟ ਲੈਸ ਦੈਨ, ਇਹ ਕੀ ਕਰਦਾ ਸਾਈਜ਼ ਨੂੰ ਡਿਕਰੀਜ਼ ਕਰਦਾ। ਦੋਨਾਂ ਦਾ ਸੇਮ ਕੰਮ ਆ, ਕੋਈ ਬੜਾ ਫਰਕ ਨਹੀਂ ਹੈ। ਕਾਪੀ ਕਰਨਾ ਫਾਰਮੈਟਿੰਗ ਨੂੰ, ਕਾਪੀ ਕਰਨ ਦੇ ਲਈ ਕੰਟਰੋਲ ਸ਼ਿਫਟ ਪਲੱਸ C, ਡਾਟਾ ਕਾਪੀ ਨਹੀਂ ਕਰਨਾ, ਫਾਰਮੈਟਿੰਗ ਕਾਪੀ ਕਰਨੀ ਹੈ। ਮੈਂ ਤੁਹਾਨੂੰ ਕਰਕੇ ਵੀ ਦਿਖਾ ਦਿੰਦਾ, ਕਰਕੇ ਦੇਖ ਲੈਂਦੇ ਆ ਵੀ ਆਪਾਂ ਫਾਰਮੈਟਿੰਗ ਕਿਵੇਂ ਕਾਪੀ ਕਰਨੀ ਆ। ਹੁਣ ਮੰਨ ਲਓ ਆਹ ਵਾਲਾ ਫਾਰਮੈਟ ਲੱਗਿਆ ਹੋਇਆ ਇਸ ਤੇ, ਇਹੀ ਮੈਂ ਚਾਹੁੰਦਾ ਕਿ ਦੂਸਰੀ ਲਾਈਨ ਤੇ ਵੀ ਆਵੇ, ਤਾਂ ਇੱਥੇ ਆਪਾਂ ਕੀ ਕਰਾਂਗੇ, ਇਹਨੂੰ ਸਿਲੈਕਟ ਕਰਾਂਗੇ, ਇੱਥੇ ਆਪਾਂ ਕਰਾਂਗੇ ਕੰਟਰੋਲ ਸ਼ਿਫਟ C, ਫਾਰਮੈਟ ਕਾਪੀ ਹੋ ਗਿਆ। ਇੱਥੇ ਆਪਾਂ ਪੇਸਟ ਕਰਨਾ ਤੇ ਇੱਥੇ ਲਾਵਾਂਗੇ ਕੰਟਰੋਲ ਸ਼ਿਫਟ V, ਦੇਖੋ ਉਹਦੇ ਵਰਗਾ ਆ ਗਿਆ ਨਾ। ਤਾਂ ਹੁਣ ਧਿਆਨ ਰੱਖਿਓ ਵੀ ਫਾਰਮੈਟ ਕਾਪੀ ਹੋਇਆ ਨਾ ਕਿ ਡੇਟਾ ਕਾਪੀ ਹੋਇਆ। ਕੰਟਰੋਲ Z ਕਰ ਦਾਂਗੇ ਆਪਾਂ, ਆਂਡੂ ਹੋ ਗਿਆ ਉਵੇਂ ਹੀ। ਤਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਨੇ, ਇਹ ਕਈ ਵਾਰੀ ਪੁੱਛ ਲੈਂਦਾ। ਕਾਪੀ ਫਾਰਮੈਟਿੰਗ ਦੇ ਲਈ ਕੰਟਰੋਲ ਸ਼ਿਫਟ C, ਸਿੰਪਲ ਕਾਪੀ ਦੇ ਲਈ ਕੰਟਰੋਲ C ਹੈ, ਪੇਸਟ ਲਈ ਕੰਟਰੋਲ V ਹੈ, ਤਾਂ ਉੱਥੇ ਹੀ ਸ਼ਿਫਟ ਪਿਆ ਬਸ। ਕੰਟਰੋਲ ਸ਼ਿਫਟ C ਫਾਰਮੈਟ ਦੇ ਲਈ ਹੈ, ਕੰਟਰੋਲ ਸ਼ਿਫਟ V ਹੈ ਪੇਸਟ ਕਰਨ ਦੇ ਲਈ ਹੈ। ਤੇ ਆਹ ਵਾਲਾ ਕੰਟਰੋਲ ਸ਼ਿਫਟ W ਅੰਡਰਲਾਈਨ ਵਰਡ, ਇਹ ਚਲਾ ਕੇ ਦੇਖ ਲਿਓ, ਮੈਨੂੰ ਪਤਾ ਨਹੀਂ ਮੇਰੇ ਲੈਪਟਾਪ ਤੇ ਚੱਲਿਆ ਨਹੀਂ, ਤੁਸੀਂ ਚਲਾ ਕੇ ਦੇਖ ਲਿਓ ਜੇ ਚੱਲਿਆ ਹਨਾ। ਆ ਵੀ ਨਹੀਂ ਚੱਲਿਆ ਮੇਰੇ ਕੋਲੇ, ਇਹਦੀ ਥਾਂ ਤੇ ਆਪਾਂ ਹੋਰ ਚਲਾ ਕੇ ਦੇਖਦੇ ਹਾਂ ਫਾਰਮੈਟਿੰਗ ਕਲੀਅਰ ਕਰਨ ਦੇ ਲਈ, ਠੀਕ ਹੈ। ਆਹ ਦੋ ਵਾਲੇ ਮੇਰੇ ਕੋਲੇ ਚੱਲੇ ਨਹੀਂ, ਤਾਂ ਮੈਂ ਇਹਨਾਂ ਨੂੰ ਵੈਰੀਫਾਈ ਨਹੀਂ ਕਰਦਾ, ਇਹਨਾਂ ਨੂੰ ਮੈਂ ਰੈੱਡ ਕਰ ਦਿੰਦੇ ਆਪਾਂ ਕਲਰ, ਤਾਂ ਕਰਕੇ ਤੁਹਾਨੂੰ ਪਤਾ ਲੱਗ ਜੇ। ਚਾਹੇ ਜਦੋਂ ਆਪਾਂ PDF ਸ਼ੇਅਰ ਕਰਾਂਗੇ ਉਦੋਂ ਤਾਂ ਮੈਂ ਇਹਨੂੰ ਡਿਲੀਟ ਕਰ ਦੂੰਗਾ, ਪਰ ਇਸ ਦੇ ਲਈ ਇੱਕ ਚੀਜ਼ ਹੈਗੀ ਹੈ ਜਿਹੜਾ ਆਪਾਂ ਕਰ ਸਕਦੇ ਹਾਂ, ਕੰਟਰੋਲ CTRL ਪਲੱਸ ਸਪੇਸ ਬਾਰ, ਠੀਕ ਹੈ। ਇਹਨੂੰ ਆਪਾਂ ਬੋਲਡ ਕਰ ਦੇਣਾ, ਇਹ ਠੀਕ ਚੱਲਦਾ। ਇਹਨੂੰ ਆਪਾਂ ਉਹੀ ਕਲਰ ਕਰ ਦੇਣਾ ਜਿਹੜਾ ਆਪਾਂ ਪਹਿਲਾਂ ਕਰਿਆ, ਹਾਂ। ਤਾਂ ਇਹ ਚੀਜ਼ ਚੱਲਦੀ ਆ। ਉੱਪਰ ਵਾਲੇ ਮੇਰੇ ਕੋਲੇ ਚੱਲੇ ਨਹੀਂ ਹੈ, ਇਹ ਮੈਂ ਵੈਰੀਫਾਈ ਨਹੀਂ ਕਰਦਾ, ਵੈਸੇ ਹੀ ਪਾਤੇ ਆਪਾਂ ਹਨਾ। ਤਾਂ ਕੰਟਰੋਲ ਪਲੱਸ ਸਪੇਸ ਬਾਰ ਕੀ ਕਰਦਾ, ਕਲੀਅਰ ਫਾਰਮੈਟਿੰਗ ਫਰੋਮ ਸਿਲੈਕਟਡ ਆਬਜੈਕਟ। ਫਾਰਮੈਟਿੰਗ ਨੂੰ ਕਿਵੇਂ ਕਲੀਅਰ ਕਰਦਾ ਆਪਾਂ ਦੇਖ ਲੈਂਦੇ ਆ। ਐਸੇ ਦੇ ਵਿੱਚੋਂ ਹੀ ਅਸੀਂ ਮੰਨ ਲਓ ਆਹ ਫਾਰਮੈਟਿੰਗ, ਇਹਦੇ ਚ ਕਲਰ ਲਾਇਆ ਹੋਇਆ, ਤਾਂ ਆਪਾਂ ਕਰਦੇ ਆ ਕੰਟਰੋਲ ਸਪੇਸ ਬਾਰ, ਆ ਦੇਖੋ ਉੱਡ ਗਿਆ ਨਾ ਫਾਰਮੈਟਿੰਗ। ਤਾਂ ਕੰਟਰੋਲ ਸਪੇਸ ਬਾਰ ਹੈ ਜਿਹੜਾ ਫਾਰਮੈਟਿੰਗ ਨੂੰ ਕਲੀਅਰ ਕਰਦਾ। ਨਹੀਂ ਤਾਂ ਆਹ ਵਾਲਾ ਅੱਖਰ ਆ ਦਿਖ ਰਿਹਾ ਇਹ, ਇੱਥੋਂ ਵੀ ਕਰ ਸਕਦੇ ਹਾਂ ਕਲੀਅਰ ਆਲ ਫਾਰਮੈਟਿੰਗ, ਠੀਕ ਹੈ। ਸੋ ਇਸ ਦੇ ਨਾਲ ਇਹ ਵੀ ਚੱਲਦਾ ਆਪਣੇ ਕੋਲੇ। ਸੋ ਇਸ ਤਰੀਕੇ ਦੇ ਨਾਲ ਫਾਰਮੈਟਿੰਗ ਕਲੀਅਰ ਹੋ ਸਕਦੀ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕੰਟਰੋਲ ਪਲੱਸ ਸਪੇਸ ਬਾਰ ਹੈਗਾ ਜਿਹੜਾ ਇਹ ਸ਼ਾਰਟਕਟ, ਕਾਫੀ ਇੰਪੋਰਟੈਂਟ ਹੈ। ਤੇ ਇਹ ਟੈਕਸਟ ਫਾਰਮੈਟਿੰਗ ਦੇ ਕਹਿ ਲਓ ਵੀ ਸ਼ਾਰਟਕਟ ਸੀਗੇ ਆਪਣੇ ਕੋਲੇ। ਨੈਕਸਟ ਜਿਹੜੇ ਆਪਣੇ ਕੋਲੇ ਟੈਬ ਨੈਵੀਗੇਸ਼ਨ ਤੇ ਨੇ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਇਹਦੇ ਚੋਂ ਸਵਾਲ ਪੁੱਛਿਆ ਜਾਂਦਾ। ਜੇ ਆਪਾਂ ਹੁਣ ਟੈਬ ਦੱਸ ਦੇਣਾ ਤੁਹਾਨੂੰ ਕਿਹੜੀਆਂ ਕਿਹੜੀਆਂ ਨੇ, ਆਹ ਵਾਲੀਆਂ ਉੱਪਰ ਵਾਲੀਆਂ ਨੇ ਜਿਹੜੀਆਂ, ਇਹ ਸਾਰੀਆਂ ਟੈਬ ਨੇ।
ਜਿਵੇਂ ਹੋਮ ਟੈਬ ਹੈ, ਇਨਸਰਟ ਹੈ ਹਨਾ, ਆ ਦੇਖ ਰਹੇ ਹਾਂ ਨਾ ਆਪਾਂ, ਹੋਮ ਟੈਬ ਇਨਸਰਟ, ਡਰਾ, ਡਿਜ਼ਾਈਨ, ਟ੍ਰਾਂਜੀਸ਼ਨ, ਐਨੀਮੇਸ਼ਨ, ਸਲਾਈਡ, ਰਿਵਿਊ, ਵਿਊ ਤੇ ਹੈਲਪ ਹਨਾ, ਇਹ ਸਾਰੀਆਂ ਟੈਬਸ ਨੇ। ਇਹਨਾਂ ਦੇ ਵਿੱਚ ਆਪਾਂ ਨੈਵੀਗੇਟ ਕਿਵੇਂ ਕਰ ਸਕਦੇ ਹਾਂ? ਤਾਂ ਇਹਦੇ ਲਈ ਜੇ ਅਸੀਂ ਐਨੀਮੇਸ਼ਨ ਦੇ ਵਿੱਚ ਜਾਣਾ ਤਾਂ ਆਲਟ ਯਾਦ ਰੱਖਣਾ, ਇਹ ਸਾਰੀਆਂ ਦੇ ਨਾਲ ਆਲਟ ਲੱਗੂਗਾ। ਸੀ ਦੇ ਨਾਲ ਰਿਕਾਰਡ ਟੈਬ ਦੇ ਵਿੱਚ ਜਾਵਾਂਗੇ ਸੀ, ਜੀ ਦੇ ਨਾਲ ਸਵਿਚ ਟੂ ਡਿਜ਼ਾਈਨ ਟੈਬ, ਤੇ ਆਲਟ ਐਚ ਦੇ ਨਾਲ ਹੋਮ ਟੈਬ, ਕੇ ਦੇ ਨਾਲ ਟ੍ਰਾਂਜੀਸ਼ਨ, ਸਵਿਚ ਟੂ ਇਨਸਰਟ ਟੈਬ ਦੇ ਲਈ ਆਲਟ ਆਰ ਹੁੰਦਾ ਰਿਵਿਊ ਟੈਬ ਦੇ ਲਈ, ਆਲਟ ਐਸ ਹੁੰਦਾ ਸਲਾਈਡ ਸ਼ੋਅ ਦੇ ਵਿੱਚ ਜਾਣ ਦੇ ਲਈ, ਆਲਟ ਡਬਲਿਊ ਹੁੰਦਾ ਸਵਿਚ ਟੂ ਵਿਊ ਟੈਬ। ਹੁਣ ਇਹ ਇੰਨੇ ਤੁਹਾਨੂੰ ਲੱਗਣਾ ਵੀ ਯਾਦ ਤਾਂ ਰਹਿਣੇ ਨਹੀਂ ਹਨਾ, ਤਾਂ ਇਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਸੌਖੇ ਨੇ ਅੱਧੇ। ਆਪਾਂ ਦੇਖਦੇ ਹਾਂ, ਜਿਵੇਂ ਸਭ ਤੋਂ ਪਹਿਲਾਂ ਹੈਗਾ ਐਨੀਮੇਸ਼ਨ, ਏ ਤੇ ਐਨੀਮੇਸ਼ਨ ਹੈ ਆਲਟ ਇਹ ਵੀ ਯਾਦ ਰੱਖਣਾ ਸੌਖਾ। ਦੂਜੇ ਨੰਬਰ ਤੇ ਰਿਕਾਰਡ ਦੇ ਵਿੱਚ ਸੀ ਆਉਂਦਾ, ਤਾਂ ਸੀ ਆਲਟ ਸੀ ਨੂੰ ਵੱਡਾ ਕਰਕੇ ਯਾਦ ਰੱਖ ਲਿਓ, ਸੀ ਹੁੰਦਾ ਰਿਕਾਰਡ ਦੇ ਵਿੱਚੋਂ ਸੀ ਆਲਟ ਸੀ। ਫਿਰ ਆ ਗਿਆ ਆਪਣੇ ਕੋਲੇ ਡਿਜ਼ਾਈਨ ਦੇ ਵਿੱਚ ਆਲਟ ਜੀ, ਤਾਂ ਜੀ ਇਹਦੇ ਵਿੱਚੋਂ ਹੀ ਆਉਂਦਾ ਹਨਾ। ਤਾਂ ਹੋਮ ਬਹੁਤ ਸੌਖਾ, ਐਚ ਦੇ ਨਾਲ ਤੁਹਾਨੂੰ ਯਾਦ ਹੀ ਹੋ ਜਾਣਾ। ਕੇ ਹੈਗਾ ਟ੍ਰਾਂਜੀਸ਼ਨ, ਇਹਦਾ ਕੁਝ ਨਹੀਂ ਹੈ, ਤੁਹਾਨੂੰ ਵੈਸੇ ਹੀ ਯਾਦ ਰੱਖਣਾ ਪੈਣਾ, ਜਾਂ ਤੁਸੀਂ ਐ ਯਾਦ ਰੱਖੋ ਟ੍ਰਾਂਜੀਸ਼ਨਾਂ ਅਸਲ ਦੇ ਵਿੱਚ ਹੁੰਦੀਆਂ ਕੀ ਨੇ? ਆ ਟ੍ਰਾਂਜੀਸ਼ਨਾਂ ਹੀ ਨੇ ਸਾਰੀਆਂ ਜਿਹੜੀਆਂ ਆਪਾਂ ਲਗਾ ਰਹੇ ਆ। ਆ ਦੇਖੋ, ਜਦੋਂ ਆਪਾਂ ਇੱਕ ਟੈਬ ਤੋਂ ਦੂਸਰੀ ਟੈਬ ਦੇ ਵਿੱਚ ਆਉਣੇ ਆ, ਜਿਵੇਂ ਆਪਾਂ ਆ ਦੇਖੋ, ਪਹਿਲੀ ਟੈਬ ਨਹੀਂ ਸੌਰੀ ਸਲਾਈਡ, ਆਹ ਵਾਲੀ ਸਲਾਈਡ ਖਤਮ ਹੋਈ ਨਾ, ਜਦੋਂ ਹੁਣ ਆਪਾਂ ਨਵੀਂ ਤੇ ਜਾਵਾਂਗੇ, ਆਹ ਕੀ ਹੈ? ਟ੍ਰਾਂਜੀਸ਼ਨ ਹੈ ਸਾਰੀਆਂ। ਜਾਂ ਪਿੱਛੋਂ ਤੁਸੀਂ ਦੇਖਦੇ ਆਏ ਹੋ ਅੱਗੇ ਪਿੱਛੇ ਹੋ ਕੇ ਆਉਂਦੀਆਂ, ਉਹ ਆਹ ਕੀ ਹੈ? ਇਹ ਟ੍ਰਾਂਜੀਸ਼ਨਾਂ ਨੇ। ਤਾਂ ਇਹਨੂੰ ਯਾਦ ਰੱਖਣ ਦਾ ਤਰੀਕਾ ਇੱਕ ਇਹ ਵੀ ਹੈ, ਆ ਦੇਖੋ ਆਹ ਕੀ ਹੈ? ਟ੍ਰਾਂਜੀਸ਼ਨਾਂ ਨੇ ਸਾਰੀਆਂ। ਤਾਂ ਕੇ ਨੂੰ ਆਪਾਂ ਐਵੇਂ ਯਾਦ ਰੱਖ ਸਕਦੇ ਹਾਂ ਵੀ ਕਦੇ ਕਿੱਧਰੋਂ ਆ ਜਾਂਦਾ, ਇਧਰੋਂ ਆ ਗਿਆ, ਕਦੇ ਸਲਾਈਡ ਇਧਰੋਂ ਆ ਗਈ ਹੈਨਾ, ਇਧਰੋਂ ਆ ਗਈ, ਕਦੇ ਇਧਰੋਂ ਆ ਗਈ, ਕਦੇ ਇਧਰੋਂ ਆ ਗਈ, ਐ ਯਾਦ ਰੱਖਿਓ। ਕੇ ਤੋਂ ਯਾਦ ਰੱਖਿਓ ਵੀ ਟ੍ਰਾਂਜੀਸ਼ਨ ਕਦੇ ਕਿੱਧਰੋਂ ਆ ਗਿਆ, ਕਿੱਧਰੋਂ ਆ ਗਿਆ, ਆਲਟ ਕੇ ਯਾਦ ਰੱਖਣ ਦਾ ਤਰੀਕਾ ਹੈ ਨਾ। ਅਗਰ ਤੁਹਾਡੇ ਕੋਲੇ ਬੈਟਰ ਤਰੀਕਾ ਹੈ, ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ, ਅਗਲੀ ਵਾਰੀ ਆਪਾਂ ਸਟੂਡੈਂਟਸ ਨੂੰ ਸਾਰਿਆਂ ਨੂੰ ਦੱਸਾਂਗੇ ਹਨਾ। ਇਨਸਰਟ ਦੇ ਵਿੱਚ ਐਨ ਆਉਂਦਾ ਇੱਥੇ ਹੈਨਾ, ਤਾਂ ਤੁਸੀਂ ਹੁਣ ਇੱਥੇ ਨਾ ਜੋ ਸੋਚ ਲਿਓ ਵੀ ਡਿਜ਼ਾਈਨ ਦੇ ਵਿੱਚ ਵੀ ਐਨ ਆਉਂਦਾ, ਤਾਂ ਫਿਰ ਉਹਦੇ ਹਿਸਾਬ ਨਾਲ ਆਉਣਾ ਹਨਾ। ਮੈਂ ਕੋਸ਼ਿਸ਼ ਕੀਤੀ ਹੈ ਥੋੜੀ ਜਿਹੀ ਵੀ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਹਨਾ, ਤਾਂ ਇਹਨੂੰ ਆਪਾਂ ਸਹੀ ਕਰ ਲਾਂਗੇ। ਜਦੋਂ ਤੁਹਾਨੂੰ ਲੱਗਦਾ ਤਾਂ ਤੁਸੀਂ ਦੱਸਿਓ। ਰਿਕਾਰਡ ਆਰ ਦੇ ਲਈ, ਸੌਰੀ ਰਿਕਾਰਡ ਬੋਲਤਾ ਮੈਂ ਗਲਤ, ਰਿਵਿਊ ਦੇ ਲਈ ਆਰ ਆ, ਸਮਝ ਗਏ। ਤੇ ਸਲਾਈਡ ਸ਼ੋਅ ਵਾਲਾ ਐਸ ਹੀ ਹੈ, ਐਸ ਤੇ ਚਲਾ ਜਾਓਗੇ ਤੁਸੀਂ ਹਨਾ। ਰਿਕਾਰਡ ਦੇ ਲਈ ਤਾਂ ਸੀ ਆ ਦੇਖੋ ਇਹਦੇ ਵਿੱਚ ਸੀ ਹੈ ਨਹੀਂ ਨਾ ਰਿਵਿਊ ਦੇ ਵਿੱਚ, ਇਹ ਤੁਹਾਨੂੰ ਯਾਦ ਹੋ ਜਾਊਗਾ। ਤੇ ਸਵਿਚ ਟੂ ਵਿਊ ਟੈਬ, ਵਿਊ ਦੇ ਵਿੱਚ ਡਬਲਿਊ ਆਉਂਦਾ, ਇੱਥੇ ਵੱਡਾ ਕਰ ਸਕਦੇ ਆ ਹਨਾ, ਵਿਊ ਦੇ ਵਿੱਚ ਡਬਲਿਊ ਇੱਥੇ ਆਉਂਦਾ, ਤਾਂ ਇਹਨੂੰ ਇਸ ਤਰ੍ਹਾਂ ਯਾਦ ਕਰ ਸਕਦੇ। ਮੈਂ ਇੱਥੇ ਐ ਨਾ ਸਮਝ ਲਿਓ ਤਾਂ ਨਹੀਂ ਮੈਂ ਕੀਤਾ ਵੀ ਰਿਵਿਊ ਦੇ ਵਿੱਚ ਵੀ ਡਬਲਿਊ ਆਉਂਦਾ ਤੇ ਉਹਦੇ ਹਿਸਾਬ ਨਾਲ ਫਿਰ ਇੱਥੇ ਡਬਲਿਊ ਕਰ ਲਈਏ ਹਨਾ। ਸੋ ਇਸ ਤਰੀਕੇ ਨਾਲ ਨਹੀਂ ਹੈ, ਵਿਊ ਇਸ ਤੋਂ ਨਹੀਂ ਬਣਦਾ ਡਬਲਿਊ ਤੋਂ, ਜੇ ਆਪਾਂ ਐ ਪਾ ਦਈਏ ਡਬਲਿਊ ਵਿਊ ਜਿਹਾ ਲੱਗਦਾ ਕਿ ਨਹੀਂ ਲੱਗਦਾ ਕਿ ਵੀ ਪਊਗਾ ਤਾਂ ਵੀ, ਵੈਸੇ ਚਲੋ ਆਪਾਂ ਸਮਝ ਸਕਦੇ ਹਾਂ ਵੀ ਵਿਊ ਇਹਦੇ ਨਾਲ ਬਣਦਾ WI ਵਿਊ, ਤਾਂ ਉੱਥੇ ਡਬਲਿਊ ਆਊਗਾ ਜੀ ਵਿਊ ਟੈਬ ਦੇ ਵਿੱਚ ਜਾਣਾ। ਕਲੀਅਰ ਹੋਈ ਗੱਲ? ਸੋ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਯਾਦ ਰੱਖ ਸਕਦੇ ਹਾਂ। ਤੇ ਫਿਰ ਆ ਗਈਆਂ ਟੈਕਸਟ ਫਾਰਮੈਟਿੰਗ ਦੀਆਂ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕੰਟਰੋਲ ਸ਼ਿਫਟ F, ਇਹ ਕੀ ਕਰਦਾ? ਚੇਂਜ ਦੀ ਫੌਂਟ ਆਫ ਸਿਲੈਕਟਡ ਟੈਕਸਟ ਵਿਦਨ ਦੀ ਆਬਜੈਕਟ। ਇੱਕ ਆਬਜੈਕਟ ਦੇ ਵਿੱਚ ਟੈਕਸਟ ਨੂੰ ਚੇਂਜ ਕਰਨਾ, ਟੈਕਸਟ ਵਿਦਨ ਦੀ ਆਬਜੈਕਟ। ਕੰਟਰੋਲ ਸ਼ਿਫਟ F, ਕੰਟਰੋਲ ਆ ਦੇਖੋ ਆਹ ਵਾਲਾ ਕੰਟਰੋਲ ਸ਼ਿਫਟ F, ਆਹ ਦੇਖੋ ਇਹਦੇ ਵਿੱਚ ਆਪਾਂ ਫੌਂਟ ਵਗੈਰਾ ਚੇਂਜ ਕਰ ਸਕਦੇ ਹਾਂ। ਇੱਥੇ ਲਿਖਿਆ ਵੀ ਇਹੀ ਹੋਇਆ ਨਾ, ਕਹਿੰਦਾ ਚੇਂਜ ਦੀ ਫੌਂਟ ਆਫ ਦੀ ਸਿਲੈਕਟਡ ਟੈਕਸਟ ਵਿਦਨ ਦੀ ਆਬਜੈਕਟ। ਕਿਸੇ ਆਬਜੈਕਟ ਦੇ ਵਿੱਚ ਫੌਂਟ ਵਗੈਰਾ ਆਹ ਸਾਰੀਆਂ ਪ੍ਰੋਪਰਟੀਜ਼, ਜਿਹਦੇ ਵਿੱਚ ਆਪਾਂ ਫੌਂਟ ਇਫੈਕਟ, ਫੌਂਟ ਸਾਈਜ਼, ਫੌਂਟ ਸਟਾਈਲ, ਸਾਰਾ ਕੁਝ ਚੇਂਜ ਕਰ ਸਕਦੇ ਹਾਂ। ਕਲੀਅਰ ਹੋਈ ਗੱਲ? ਸੋ ਇਹ ਸੀਗਾ ਕੰਟਰੋਲ ਸ਼ਿਫਟ P, ਕਹਿੰਦਾ ਚੇਂਜ ਦੀ ਫੌਂਟ ਸਾਈਜ਼ ਆਫ ਸਿਲੈਕਟਡ ਟੈਕਸਟ ਵਿਦਨ ਏ ਆਬਜੈਕਟ। ਤਾਂ ਇਹ ਆਲਮੋਸਟ ਸੇਮ ਹੀ ਕੰਮ ਕਰਦੇ ਨੇ, ਥੋੜਾ ਬਹੁਤ ਹੀ ਫਰਕ ਆ। ਫੌਂਟ ਆਫ ਦੀ ਸਿਲੈਕਟਡ ਟੈਕਸਟ ਤੇ ਇਹ ਹੈਗਾ ਫੌਂਟ ਆਫ ਦੀ ਸਿਲੈਕਟਡ ਟੈਕਸਟ ਵਿਦਨ ਏ ਆਬਜੈਕਟ, ਸੇਮ ਹੀ ਹੋ ਗਿਆ ਨਾ। ਚੇਂਜ ਦੀ ਫੌਂਟ ਆਫ, ਚਲੋ ਕਰਕੇ ਦੇਖ ਲੈਂਦੇ ਇੱਥੇ ਵੀ ਥੋੜੀ ਜੀ, ਮੈਂ ਰੀਚੈਕ ਨਹੀਂ ਕੀਤਾ ਜੀ, ਤੇ ਦੋਨੇ ਕਰਕੇ ਦੇਖ ਲੈਂਦੇ। ਕੰਟਰੋਲ ਸ਼ਿਫਟ P, ਹਾਂ ਇੱਥੇ ਵੀ ਇਹੀ ਆਉਂਦਾ ਫੌਂਟ। ਕੰਟਰੋਲ ਸ਼ਿਫਟ F, ਇੱਥੇ ਵੀ ਇਹੀ ਆਉਂਦਾ, ਸੇਮ ਆਉਂਦਾ ਦੋਨਾਂ ਦਾ, ਦੋਨੇ ਹੀ ਸੇਮ ਨੇ। ਠੀਕ ਹੈ, ਯਾਦ ਰੱਖਿਓ, ਤੁਸੀਂ ਕਰਕੇ ਵੀ ਦੇਖ ਲਿਓ, ਤਾਂ ਦੋਨੋਂ ਹੀ
ठीक ने। अगे आ गया कंट्रोल प्लस एरो की अपने को एक लैफ्ट एरो हुंदा है, एक राइट एरो हुंदा है, एक डाउन एरो हुंदा है, एक अप हुंदा है। सॉरी राइट सीगा, लैफ्ट सी है ना। ਤਾਂ ਕਹਿੰਦਾ ਨੱਜ ਦੀ ਸਿਲੈਕਟਡ ਆਬਜੈਕਟ ਇਨ ਦੀ ਡਾਇਰੈਕਸ਼ਨ ਆਫ ਦੀ ਐਰੋ। ਤਾਂ ਇੱਥੇ ਜੇ ਅਸੀਂ ਸਿਲੈਕਟ ਕਰਾਂਗੇ ਰਾਈਟ ਐਰੋ ਪ੍ਰੈਸ ਕਰਾਂਗੇ ਇੱਧਰ ਜਾਊਗਾ, ਇਹ ਸੌਰੀ ਲੈਫਟ ਤੇ ਇੱਧਰ ਜਾਊਗਾ, ਰਾਈਟ ਤੇ ਇੱਧਰ ਜਾਊਗਾ, ਹਨਾ ਇਸ ਤਰੀਕੇ ਦੇ ਨਾਲ। ਜੇ ਅਸੀਂ ਕੰਟਰੋਲ ਐਰੋ ਕੀਜ਼ ਦੇ ਵਿੱਚ ਸ਼ਿਫਟ ਦੱਬ ਦਾਂਗੇ ਫਿਰ ਸਾਈਜ਼ ਵੱਧਦਾ ਘਟਦਾ। ਤਾਂ ਤੁਸੀਂ ਕਰਕੇ ਦੇਖ ਸਕਦੇ ਹੋ ਸਾਈਜ਼ ਕਿਸ ਤਰੀਕੇ ਦੇ ਨਾਲ ਇਹਦਾ ਵੱਧਦਾ ਘਟਦਾ। ਜੇ ਹੁਣ ਆਪਾਂ ਇਹਦੇ ਤੇ ਸਿਲੈਕਟ ਕੀਤਾ, ਇੱਕ ਆਬਜੈਕਟ ਸੀਗਾ ਨਾ, ਇਹਦੇ ਤੇ ਹੁਣ ਆਪਾਂ ਰਾਈਟ ਕੀ ਲਗਾ ਰਹੇ ਹਾਂ ਤਾਂ ਇਸ ਤਰ੍ਹਾਂ ਜਾ ਰਿਹਾ। ਜੇ ਆਪਾਂ ਕੰਟਰੋਲ ਲੈ ਕੇ ਲਾਵਾਂਗੇ ਫਿਰ ਵੀ ਉਧਰ ਨੂੰ ਹੀ ਜਾ ਰਿਹਾ, ਹਨਾ। ਤੇ ਜੇ ਆਪਾਂ ਕੰਟਰੋਲ ਸ਼ਿਫਟ ਆ ਦੇਖੋ ਡਾਊਨ ਕੀ ਪ੍ਰੈਸ ਕਰ ਰਿਹਾ ਮੈਂ, ਸਾਈਜ਼ ਘਟ ਰਿਹਾ। ਹੁਣ ਮੈਂ ਲੈਫਟ ਕੀ ਪ੍ਰੈਸ ਕਰ ਰਿਹਾ, ਸਾਈਜ਼ ਘਟ ਰਿਹਾ, ਹਨਾ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਆਪਾਂ ਕਹਿ ਸਕਦੇ ਹਾਂ ਸ਼ਾਰਟਕਟ ਹੈਗਾ ਕੰਟਰੋਲ ਸ਼ਿਫਟ ਐਰੋ। ਇਹ ਕੀ ਕਰਦਾ, ਰੀਸਾਈਜ਼ ਦੀ ਸਿਲੈਕਟਡ ਆਬਜੈਕਟ ਪ੍ਰੋਪੋਰਸ਼ਨਲੀ ਇਨ ਦੀ ਡਾਇਰੈਕਸ਼ਨ ਆਫ ਐਰੋ ਕੀ। ਜਿਹੜੀ ਸਾਈਡ ਤੇ ਆਪਾਂ ਐਰੋ ਕੀ ਪ੍ਰੈਸ ਕਰਾਂਗੇ ਉਹਦੇ ਪ੍ਰੋਪੋਰਸ਼ਨਲੀ ਇਹ ਸਾਈਜ਼ ਨੂੰ ਕੀ ਕਰਦਾ, ਰੀਸਾਈਜ਼ ਕਰ ਦਿੰਦਾ, ਵਧਾ ਘਟਾ ਵੀ ਸਕਦਾ। ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸਵਾਲ ਇਹ ਤੋਂ ਪੁੱਛਿਆ। ਸ਼ਿਫਟ F4 ਯੂਜ਼ ਟੂ ਰਿਪੀਟ ਦੀ ਲਾਸਟ ਫਾਈਂਡ ਐਕਸ਼ਨ, ਹੈ ਨਾ। ਇਹ ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ। ਜਿਵੇਂ ਮੈਂ ਹੁਣ ਆਪਾਂ ਸਲਾਈਡ ਨੰਬਰ 14 ਤੇ ਆ, ਆਪਾਂ ਇੱਥੇ ਕੀਤਾ ਕੰਟਰੋਲ F ਤੇ ਮੈਂ ਲਿਖਿਆ ਸਰਚ ਕੀਤਾ ਕੁਲਦੀਪ, KULDEEP, ਕੁਲਦੀਪ ਤੇ ਫਾਈਂਡ ਕੀਤਾ। ਤਾਂ ਇਹ ਮੈਨੂੰ ਪਹਿਲੀ ਕਹਿ ਲਓ ਵੀ 3 ਨੰਬਰ ਸਲਾਈਡ ਤੇ ਲੈ ਗਿਆ। ਤਾਂ ਮੈਂ ਕਹਿੰਦਾ ਵੀ ਠੀਕ ਹੈ ਮੈਨੂੰ ਲੱਭ ਗਿਆ ਇਹ, ਹੈ ਨਾ। ਤਾਂ ਆਪਾਂ ਵਾਪਸ ਆ ਗਏ, ਫਿਰ 14 ਨੰਬਰ ਸਲਾਈਡ ਤੇ ਸੀਗੇ, 14 ਨੰਬਰ ਤੇ ਵਾਪਸ ਆ ਜਾਂਦੇ ਆ, ਇਹ ਵਾਲੀ ਸਲਾਈਡ ਤੇ ਆ ਗਏ। ਤਾਂ ਹੁਣ ਆਪਾਂ ਨੂੰ ਸੀਗਾ ਯਾਰ ਉਹ ਮੈਂ ਭੁੱਲ ਗਿਆ ਵੀ ਕੀ ਸਰਚ ਕੀਤਾ ਸੀਗਾ, ਵੀ ਉਹੀ ਚੀਜ਼ ਦੁਬਾਰਾ ਚਾਹੀਦੀ ਹੈ। ਮੰਨ ਲਓ 8-10 ਸਾਲ ਮੇਰਾ ਨਾਮ ਆਇਆ ਹੋਵੇ ਕੁਲਦੀਪ ਸਿੰਘ, ਤਾਂ ਮੈਂ ਇੱਥੇ ਸ਼ਿਫਟ F4 ਕਰਕੇ ਦੇਖ ਲੈਣਾ ਵੀ ਉਹ ਗੱਲ ਬਣਦੀ ਹੈ ਕਿ ਨਾ। ਸ਼ਿਫਟ F4 ਲੈ ਗਿਆ ਨਾ ਉਸੇ ਥਾਂ ਤੇ। ਤਾਂ ਹੁਣ ਆਪਾਂ ਨੂੰ ਸਮਝ ਆਊਗੀ ਵੀ ਰਿਪੀਟ ਕਿਵੇਂ ਕਰਦਾ ਇਹ। ਲਾਸਟ ਫਾਈਂਡ ਐਕਸ਼ਨ ਹੁੰਦਾ ਜਿਹੜਾ, ਉਹਨੂੰ ਇਹ ਰਿਪੀਟ ਕਰਦਾ। ਤਾਂ ਯਾਦ ਰੱਖਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਯੂਜ਼ ਟੂ ਰਿਪੀਟ ਦੀ ਲਾਸਟ ਫਾਈਂਡ ਐਕਸ਼ਨ। ਕੰਟਰੋਲ F ਕੀਤਾ ਸੀ ਤਾਂ ਮੈਂ ਉਹਦੀ ਥਾਂ ਤੇ ਸ਼ਿਫਟ F4 ਕੀਤਾ, ਫਾਈਂਡ ਕੀਤਾ। ਹੁਣ ਆ ਗਏ ਮਿੱਤਰੋ ਆਪਾਂ ਸਵਾਲਾਂ ਤੇ। ਸਵਾਲ ਨੇ ਜਿਹੜੇ ਬਹੁਤ ਹੀ ਘੈਂਟ ਸਵਾਲ ਨੇ, ਇਹ ਪੁੱਛੇ ਗਏ ਨੇ ਪੇਪਰਾਂ ਦੇ ਵਿੱਚ। ਦੇਖਦੇ ਹਾਂ ਆਪਾਂ 1 ਬਾਈ 1। ਇਨ MS PowerPoint 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਸ਼ੋ ਔਰ ਹਾਈਡ ਦੀ ਗਾਈਡਸ। ਗਾਈਡ ਨੂੰ ਹਾਈਡ ਜਾਂ ਸ਼ੋ ਕਰਨ ਦੇ ਲਈ ਕਿਹੜੀ ਕੀ ਵਰਤੀ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਗਾਈਡ ਪਤਾ ਹੋਣਾ ਚਾਹੀਦਾ ਵੀ ਗਾਈਡ ਹੁੰਦਾ ਕੀ ਹੈ। ਜਦੋਂ ਆਪਾਂ ਵਿਊ ਟੈਬ ਦੇ ਵਿੱਚ ਜਾਵਾਂਗੇ ਇੱਥੇ 3 ਚੀਜ਼ਾਂ ਆਉਣਗੀਆਂ, ਲਿਖ ਕੇ ਲੈ ਲਓ, ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਤੁਸੀਂ ਜਿਹੜਾ ਮਰਜ਼ੀ ਪੇਪਰ ਦੇਣਾ ਹੋਵੇ, ਵਿਊ ਦੇ ਵਿੱਚ ਆਹ 3 ਚੀਜ਼ਾਂ ਰੂਲਰ, ਗ੍ਰਿਡ ਲਾਈਨ ਤੇ ਗਾਈਡ, ਇਹ ਪੁੱਛੀਆਂ ਹੀ ਜਾਂਦੀਆਂ ਨੇ। ਮੈਂ ਤੁਹਾਨੂੰ ਦਿਖਾ ਵੀ ਦਿੰਨਾ ਵੀ ਇਹ ਹੈਗਾ ਅਸਲ ਦੇ ਵਿੱਚ ਹੁੰਦਾ ਕੀ ਹੈ। ਜੇ ਆਪਾਂ ਵਿਊ ਟੈਬ ਦੇ ਵਿੱਚ ਜਾਂਦੇ ਆ, ਇੱਥੇ ਜਾ ਕੇ ਜੇ ਆਪਾਂ ਰੂਲਰ ਲਗਾ ਦਿੰਦੇ ਆ ਤਾਂ ਆਹ ਦਿਖਣ ਲੱਗ ਜਾਂਦਾ, ਦੇਖੋ ਸਕੇਲ ਜਾ। ਤੇ ਜੇ ਆਪਾਂ ਗ੍ਰਿਡ ਲਾਈਨ ਲਗਾ ਦਿੰਦੇ ਆ ਤਾਂ ਆਹ ਦੇਖੋ ਵਿੱਚ ਲਾਈਨਾਂ ਹੀ ਦੇਖੀਆਂ ਨਾ, ਛੋਟੇ ਛੋਟੇ ਡੱਬੇ ਜੇ। ਤੇ ਗ੍ਰਿਡ ਲਾਈਨ ਹਟਾ ਕੇ ਇੱਕ 4 ਹਿੱਸਿਆਂ 'ਚ ਡਿਵਾਈਡ ਕਰਦਾ, ਦੇਖੋ ਪਹਿਲਾ, ਦੂਜਾ, ਤੀਜਾ, ਚੌਥਾ। ਇਹ ਹੈਗੇ ਗ੍ਰਿਡ ਲਾਈਨ, ਸੌਰੀ ਗਾਈਡਸ, ਇਹ ਹੈਗਾ ਗ੍ਰਿਡ ਲਾਈਨ, ਹਨਾ। ਸੋ ਇਹ ਹੁੰਦੇ ਨੇ ਮੇਨ, ਆਪਾਂ ਕਹਿ ਸਕਦੇ ਹਾਂ ਮਤਲਬ ਕਿ ਗਾਈਡਸ ਹੋ ਗਿਆ, ਗਾਈਡਸ, ਗ੍ਰਿਡ ਲਾਈਨ ਤੇ ਰੂਲਰ। ਹੁਣ ਇਹਨਾਂ ਦੇ ਲਈ ਸ਼ਾਰਟਕਟ ਆਪਾਂ ਨੂੰ ਪੁੱਛਦਾ ਉਹ, ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਗਾਈਡ, ਗ੍ਰਿਡ ਲਾਈਨ ਐਂਡ ਰੂਲਰ। ਜੇ ਆਪਾਂ ਗਾਈਡਸ ਦੀ ਗੱਲ ਕਰੀਏ ਤਾਂ ਗਾਈਡ ਦੇ ਵਿੱਚ Alt+ F9, ਇਹਦੇ ਨਾਲ ਗਾਈਡ ਆ ਜਾਊਗਾ, Alt+ F9। ਜੇ ਗ੍ਰਿਡ ਲਾਈਨ ਦੀ ਗੱਲ ਕਰੀਏ ਤਾਂ Shift+ F9। ਤੇ ਜੇ ਰੂਲਰ ਨੂੰ ਆਪਾਂ ਕਰਾਂਗੇ ਤਾਂ ਦੋਨੋਂ Alt ਤੇ Shift ਕੀ ਕਰ ਦਾਂਗੇ, ਕੰਬਾਈਨ ਕਰ ਦਾਂਗੇ, F9 ਉਹੀ ਆ ਜਾਊਗਾ, ਠੀਕ ਹੈ। ਤਾਂ ਆਪਾਂ ਯਾਦ ਰੱਖਣਾ ਗਾਈਡ ਤੇ ਗ੍ਰਿਡ ਲਾਈਨ ਦੋਨਾਂ ਦੇ ਵਿੱਚ G ਹੈ, ਹਨਾ। ਤਾਂ ਇਹਨੂੰ ਆਪਾਂ ਕਿਵੇਂ ਯਾਦ ਰੱਖ ਸਕਦੇ ਹਾਂ, GA9 ਗਾਈਡ। ਗਾਈਡ ਵੈਸੇ ਮੈਂ ਬਣਾਇਆ ਨਹੀਂ, ਮੌਕੇ ਤੇ ਬਣਾਉਣ ਦੀ ਮੈਂ ਸੋਚ ਰਿਹਾ ਸੀਗਾ ਵੀ ਇਹਦਾ ਕੁਝ ਬਣ ਸਕਦਾ ਕਿ ਨਹੀਂ, ਇਹਨੂੰ ਯਾਦ ਕਿਵੇਂ ਰੱਖਿਆ ਜਾ ਸਕਦਾ। ਗਾਈਡ, ਗਾਈਡ, ਗ੍ਰਿਡ ਲਾਈਨ, ਗ੍ਰਿਡ ਲਾਈਨ ਤੇ ਗਾਈਡ। ਚਲੋ ਤੁਸੀਂ ਬਣਾਇਓ, ਮੈਨੂੰ ਕਮੈਂਟ ਕਰਕੇ ਦੱਸਿਓ ਵੀ ਇਹਨੂੰ ਆਪਾਂ ਕਿਵੇਂ ਯਾਦ ਕਰ ਸਕਦੇ ਹਾਂ। ਗਾਈਡ ਦੇ ਵਿੱਚ Alt ਆਵੇ F9, ਗ੍ਰਿਡ ਲਾਈਨ ਦੇ ਵਿੱਚ Shift ਆਵੇ, ਠੀਕ ਹੈ। ਗ੍ਰਿਡ ਲਾਈਨਸ ਬਹੁਤ ਸਾਰੀਆਂ ਹੁੰਦੀਆਂ ਨੇ, ਹਨਾ। ਗਾਈਡ ਇੱਕ ਐਵੇਂ ਦਾ ਹੀ ਹੁੰਦਾ, ਚੌਰਸ ਡੱਬਾ, ਇਹਨੂੰ ਆਪਾਂ ਗਾਈਡ ਬੋਲਦੇ ਹਾਂ। ਗ੍ਰਿਡ ਲਾਈਨ ਹੁੰਦੀਆਂ ਨੇ ਜਿਹੜੀਆਂ ਬਹੁਤ ਸਾਰੀਆਂ, ਧੱਕਾ ਲਾਉਣਾ ਤਾਂ ਮੈਂ ਥੋੜਾ ਜਿਹਾ ਲਾ ਦਿੰਦਾ। ਚਲੋ ਗ੍ਰਿਡ ਲਾਈਨਸ ਦੇ ਵਿੱਚ ਸਾਰੀਆਂ ਲਾਈਨਾਂ, ਕਿਉਂਕਿ ਨੰਬਰ ਆਫ ਲਾਈਨਾਂ ਹੁੰਦੀਆਂ ਨੇ ਸਾਰੀਆਂ, ਇਸ ਤੋਂ Shift ਆ ਗਿਆ ਤੇ Shift F9, ਠੀਕ ਹੈ। ਤੇ ਗਾਈਡ ਦੇ ਵਿੱਚ Alt F9, ਫਿਰ
ਆਲਟ ਹੀ ਰਹਿ ਗਿਆ, ਕੰਟਰੋਲ ਨਾ ਲੈ ਆਓ ਕਿਤੇ ਕੰਟਰੋਲ F9, ਠੀਕ ਹੈ, ਆਲਟ ਤੇ ਸ਼ਿਫਟ, ਤੇ ਰੂਲਰ ਦੇ ਵਿੱਚ ਸ਼ਿਫਟ F9, ਸ਼ਿਫਟ ਆਲਟ F9। ਕਲੀਅਰ ਹੋਈ ਗੱਲ। ਤਾਂ ਹੁਣ ਆਪਾਂ ਨੂੰ ਪੁੱਛਿਆ ਕਿਹੜੇ ਤੇ, ਗਾਈਡ ਤੇ ਪੁੱਛਿਆ। ਤਾਂ ਜੇ ਆਪਾਂ ਗੱਲ ਕਰਦੇ ਸੀ ਗ੍ਰਿਡ ਲਾਈਨ ਤੇ ਸਾਰੀਆਂ ਹੁੰਦੀਆਂ ਸ਼ਿਫਟ F9 ਆ ਜਾਣਾ ਸੀ, ਤੇ ਹੁਣ ਪੁੱਛਿਆ ਇਸ ਤੇ ਤਾਂ ਆਪਣੇ ਕੋਲੇ ਆਨਸਰ ਕੀ ਹੋ ਜਾਊਗਾ, B ਆਲਟ F9। ਠੀਕ ਹੈ, ਅਗਲਾ ਸਵਾਲ ਕਹਿੰਦਾ ਇਨ PowerPoint 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਅਨਗਰੁੱਪ ਦੀ ਸਿਲੈਕਟਡ ਗਰੁੱਪ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹ ਵੀ ਪੁੱਛਿਆ ਜਾਂਦਾ ਵੀ ਗਰੁੱਪ ਤੇ ਅਨਗਰੁੱਪ ਆਪਾਂ ਕਿਵੇਂ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਬਜੈਕਟ ਦੱਸਦਾ ਕੀ ਹੁੰਦੇ ਨੇ, ਗਰੁੱਪ ਆਬਜੈਕਟ ਕੀ ਹੁੰਦੇ ਨੇ। ਇਹ ਜਿਵੇਂ 3 ਆਬਜੈਕਟ ਨੇ ਆਪਾਂ ਡਰਾ ਕੀਤਿਆਂ ਨੇ ਸ਼ੇਪ ਦੇ ਵਿੱਚ ਜਾ ਕੇ, ਹਨਾ, ਇਹ ਇੱਕ ਸ਼ੇਪ ਹੈ, ਆ ਇੱਕ ਅਲੱਗ ਤੋਂ ਸ਼ੇਪ ਹੈ, ਆ ਇੱਕ ਅਲੱਗ ਤੋਂ ਸ਼ੇਪ ਹੈ। ਹੁਣ ਮੈਂ ਇਹਨੂੰ ਚੱਕ ਕੇ ਪਾਸੇ ਖਿੱਚ ਕੇ ਰੱਖਦਾ, ਦੇਖੋ ਇੱਧਰ ਖਿੱਚ ਕੇ ਰੱਖਤਾ, ਇੱਧਰ ਖਿੱਚ ਕੇ ਰੱਖਤਾ, ਇੱਧਰ ਖਿੱਚ ਕੇ ਰੱਖਤਾ। ਆਪਾਂ ਚਾਹੁੰਦੇ ਆ ਕਿਉਂ ਨਾ ਇਹਨਾਂ ਦਾ ਇੱਕ ਕੰਟੇਨਰ ਬਣਾ ਲਈਏ, ਹਨਾ। ਮੈਂ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਸਿਲੈਕਟ ਕੀਤਾ, ਪਹਿਲੇ ਇਹਨੂੰ ਸਿਲੈਕਟ ਕੀਤਾ ਤੇ ਇਹਨੂੰ ਸਿਲੈਕਟ ਕੀਤਾ, ਤਿੰਨੇ ਸਿਲੈਕਟ ਕੀਤੇ। ਜੇ ਮੈਂ ਕਰਦੇ ਆ ਕੰਟਰੋਲ G ਤਾਂ ਦੇਖੋ ਇਹਨਾਂ ਦਾ ਗਰੁੱਪ ਬਣ ਗਿਆ, ਗਰੁੱਪ ਹੋ ਗਏ ਨਾ ਇਹ ਇੱਕ। ਹੁਣ ਮੈਂ ਚੱਕ ਕੇ ਕੱਲੇ ਨੂੰ ਪਾਸੇ ਨਹੀਂ ਲਿਜਾ ਸਕਦਾ। ਹੁਣ ਮੈਂ ਚਾਹਣਾ ਵੀ ਮੈਂ ਇਹਨਾਂ ਨੂੰ ਅਨਗਰੁੱਪ ਕਰਨਾ, ਤਾਂ ਕੰਟਰੋਲ ਸ਼ਿਫਟ G ਕਰ ਦਾਂਗੇ, ਅਨਗਰੁੱਪ ਹੋ ਗਈ। ਤਾਂ ਇਹੀ ਆਪਾਂ ਨੂੰ ਨੇ ਸਵਾਲ ਪੁੱਛਿਆ, ਕਹਿੰਦਾ ਇਨ MS PowerPoint 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਅਨਗਰੁੱਪ ਦੀ ਸਿਲੈਕਟਡ। ਹੁਣ ਇਹਨੇ ਅਨਗਰੁੱਪਿੰਗ ਪੁੱਛੀ ਹੈ, ਗਰੁੱਪਿੰਗ ਨਹੀਂ ਪੁੱਛੀ। ਅਨਗਰੁੱਪਿੰਗ ਦੇ ਲਈ ਕੰਟਰੋਲ ਸ਼ਿਫਟ U ਨਹੀਂ ਹੈਗਾ, ਕੰਟਰੋਲ ਸ਼ਿਫਟ G ਹੈ, C ਆਨਸਰ ਹੋਣਾ ਚਾਹੀਦਾ। ਤਾਂ ਕੰਟਰੋਲ ਗਰੁੱਪਿੰਗ ਦੇ ਲਈ ਕੰਟਰੋਲ G, ਅਨਗਰੁੱਪਿੰਗ ਦੇ ਲਈ ਕੰਟਰੋਲ ਸ਼ਿਫਟ G। ਤਾਂ ਆਨਸਰ ਫਿਰ ਕਿਹੜਾ ਆਪਣੇ ਕੋਲੇ, C ਆਨਸਰ ਹੈ। ਹੈਗੇ ਨਾ ਸਵਾਲ ਵਧੀਆ, ਜੇ ਆਪਾਂ ਪੜਾਂਗੇ ਧਿਆਨ ਨਾਲ ਚੀਜ਼ਾਂ ਨੂੰ ਸਮਝਾਂਗੇ ਤਾਂ ਫਿਰ ਆਪਾਂ ਨੂੰ ਕਲੀਅਰ ਹੁੰਦੀਆਂ ਜਾਣਗੀਆਂ। ਅਗਲਾ ਸਵਾਲ ਆ ਇਨ PowerPoint 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਰਾਈਟ ਅਲਾਈਨ ਦੀ ਸਿਲੈਕਟਡ ਟੈਕਸਟ। ਇਹ ਦੇਖੋ ਬਹੁਤ ਵਾਰੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇੰਪੋਰਟੈਂਟ ਹੈ, ਇਹ ਸਾਰੀਆਂ ਹੀ ਵਰਤੀਆਂ ਜਾਂਦੀਆਂ ਨੇ। ਪਹਿਲਾਂ ਆਪਾਂ ਥੋੜਾ ਜਿਹਾ ਦੇਖ ਲੈਂਦੇ ਆ। ਇਹ ਹੁੰਦਾ ਲੈਫਟ ਅਲਾਈਨਮੈਂਟ। ਆ ਦੇਖੋ ਟੈਕਸਟ ਇਧਰੋਂ ਪੂਰੀ ਅਲਾਈਨਮੈਂਟ ਆ, ਥੋੜਾ ਜਿਹਾ ਵੀ ਬਿੰਗਾ ਡੇਢਾ ਨਹੀਂ। ਜਿਹੜਾ ਹੈ ਰਾਈਟ ਹੈਂਡ ਸਾਈਡ ਤੇ ਅਲਾਈਨਮੈਂਟ ਹੈ ਨਹੀਂਗੀ। ਲੈਫਟ ਅਲਾਈਨਮੈਂਟ ਦੇ ਲਈ ਕੰਟਰੋਲ L, ਤੇ ਜੇ ਆਪਾਂ ਕਰਨੀ ਹੈ ਰਾਈਟ ਅਲਾਈਨਮੈਂਟ, ਆ ਦੇਖੋ ਰਾਈਟ ਦੇ ਵਿੱਚ ਅਲਾਈਨ ਹੋਇਆ ਪਿਆ, ਹਨਾ। ਵਾਪਸ ਲਿਆਵਾਂ, ਹਾਂ, ਰਾਈਟ ਜਿਹੜਾ ਅਲਾਈਨ ਹੋਇਆ ਪਿਆ, ਹੋ ਭੱਜਣਾ ਨਹੀਂ ਹੈਗਾ, ਪੈਨ ਹੀ ਨਹੀਂ ਕੰਮ ਕਰਦਾ ਇੱਥੇ। ਰਾਈਟ ਸਾਈਡ ਤੇ ਅਲਾਈਨਮੈਂਟ ਹੋਈ ਵੀ ਹੈ ਨਾ ਜਿਹੜੀ, ਉਹ ਕੰਟਰੋਲ R ਦੇ ਨਾਲ। ਜੇ ਸੈਂਟਰ ਦੇ ਵਿੱਚ ਅਲਾਈਨਮੈਂਟ ਇਧਰੋਂ ਵੀ ਨਹੀਂ ਇਧਰੋਂ ਵੀ ਨਹੀਂ, ਤਾਂ ਫਿਰ ਕੰਟਰੋਲ E, ਅੱਗੇ ਐਵੇਂ ਭੱਜਿਆ ਜਾਂਦਾ ਯਾਰ, ਕੰਟਰੋਲ E। ਤਾਂ ਜੇ ਦੋਨੋਂ ਸਾਈਡ ਤੋਂ ਹੈ, ਲੈਫਟ ਤੋਂ ਵੀ ਹੈ ਰਾਈਟ ਤੋਂ ਵੀ ਹੈ, ਫਿਰ ਕੀ ਹੈ ਕੰਟਰੋਲ J। ਤਾਂ ਇਹਨਾਂ ਦੇ ਲਈ ਆਪਾਂ ਇਹਨੂੰ ਡਿਟੇਲ 'ਚ ਪੜ੍ਹ ਲਿਆ। ਹੁਣ ਆਪਾਂ ਕੱਲਾ ਦੇਖ ਸਕਦੇ ਹਾਂ। ਲੈਫਟ ਦੇ ਲਈ ਕੰਟਰੋਲ L, ਰਾਈਟ ਦੇ ਲਈ R, ਸੈਂਟਰ ਦੇ ਲਈ E ਤੇ ਜਸਟੀਫਾਈਡ ਦੇ ਲਈ J। ਆ ਯਾਦ ਰੱਖਣਾ, ਕਈ ਵਾਰੀ ਆਪਾਂ ਕੰਟਰੋਲ C ਨਾ ਪਾ ਦਈਏ ਤੇ ਉਹ ਕਾਪੀ ਹੁੰਦਾ, ਠੀਕ ਹੈ, ਇਹ ਯਾਦ ਰੱਖਣ ਵਾਲੀ ਗੱਲ ਆ। ਅਗਲਾ ਸਵਾਲ, ਹਾਂ ਇਹੀ ਰਹਿੰਦਾ ਹੈ ਜੀ, ਰਾਈਟ ਅਲਾਈਨ ਦੇ ਲਈ ਕੰਟਰੋਲ R, ਫਿਰ ਕੁਝ ਵੀ ਨਹੀਂ, ਤਾਂ ਬਹੁਤ ਬੇਸਿਕ ਲੈਵਲ ਦੇ ਸਵਾਲ ਆ। ਅਗਲਾ ਸਵਾਲ ਕਹਿੰਦਾ ਵਾਟ ਇਜ਼ ਦੀ ਕੀਬੋਰਡ ਸ਼ਾਰਟਕਟ ਟੂ ਸਵਿਚ ਬਿਟਵੀਨ ਓਪਨ ਪ੍ਰੈਜੈਂਟੇਸ਼ਨ ਇਨ ਮਾਈਕਰੋਸਾਫਟ ਪਾਵਰਪੁਆਇੰਟ। ਮਾਈਕਰੋਸਾਫਟ ਪਾਵਰਪੁਆਇੰਟ ਦੇ ਵਿੱਚ ਜੇਕਰ ਅਸੀਂ ਸਵਿਚ ਕਰਨਾ ਤਾਂ ਇਹ ਬਹੁਤ ਸੌਖਾ ਹੈ। ਆਲਟ ਟੈਬ, ਕੰਟਰੋਲ ਟੈਬ ਯਾਦ ਰੱਖਣਾ, ਕੰਟਰੋਲ ਟੈਬ ਕਰਕੇ ਦੇਖੋਗੇ ਤਾਂ ਇੱਕ ਦੂਜੇ ਦੇ ਵਿੱਚ ਜਾਊਗਾ। ਓਪਨ ਪ੍ਰੈਜੈਂਟੇਸ਼ਨ ਇਨ ਮਾਈਕਰੋ, ਇਹਦੇ ਤੋਂ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਸਵਿਚ ਕਰੂਗਾ, ਜਿਵੇਂ ਆਪਾਂ ਪਹਿਲਾਂ ਕਰਕੇ ਆਈ ਸੀ। ਇੱਕ ਹੋਰ ਪਤਾ ਨਹੀਂ ਮੈਂ ਭੁੱਲ ਗਿਆ ਕਿਹੜਾ ਸ਼ਾਰਟਕਟ ਕੀਤਾ ਸੀ। ਅਗਲਾ ਸਵਾਲ which of the following shortcut key used to add new slides in existing MS PowerPoint। ਨਵੀਂ ਸਲਾਈਡ ਆਪਾਂ ਐਡ ਕਰਨੀ ਹੈ, ਕੰਟਰੋਲ N ਨਵੀਂ ਸਲਾਈਡ ਲਈ ਨਹੀਂ ਸੀਗਾ, ਨਵੀਂ ਪ੍ਰੈਜੈਂਟੇਸ਼ਨ ਦੇ ਲਈ ਸੀ। ਤਾਂ ਫਿਰ ਆਪਣੇ ਕੋਲੇ ਸੀਗਾ ਕੰਟਰੋਲ M ਨਿਊ ਸਲਾਈਡ ਦੇ ਜੀ। ਜੇ ਨਵੀਂ ਵਿੰਡੋ ਲੈ ਕੇ ਆਉਣੀ ਹੈ ਤਾਂ ਕੰਟਰੋਲ N, ਕਲੋਜ਼ ਕਰਨਾ ਵਿੰਡੋ ਨੂੰ ਤਾਂ ਕੰਟਰੋਲ W। ਆਪਾਂ ਸਾਰੇ ਪੜ੍ਹ ਚੁੱਕੇ ਹਾਂ, ਤਾਂ ਆਨਸਰ ਫਿਰ ਇਹਦਾ ਕਿਹੜਾ ਹੈ, B ਆਨਸਰ। ਅਗਲਾ ਸਵਾਲ ਕਹਿੰਦਾ ਨੇਮ ਦੀ ਸ਼ਾਰਟਕਟ ਕੀ ਸਟਾਰਟਸ ਦੀ ਸਲਾਈਡਸ ਇਨ ਮਾਈਕਰੋਸਾਫਟ ਪਾਵਰਪੁਆਇੰਟ 2010। ਨੇਮ ਦੀ ਸ਼ਾਰਟਕਟ ਕੀ ਸਟਾਰਟਸ ਦੀ ਸਲਾਈਡ ਸ਼ੋ ਆਉਣਾ ਸੀ, ਤੇ ਸਲਾਈਡ ਸ਼ੋ ਇਨ ਮਾਈਕਰੋਸਾਫਟ ਪਾਵਰਪੁਆਇੰਟ 2010। ਦੇਖੋ 10 ਤੇ 10 ਤੋਂ ਬਾਅਦ ਆਇਆ 13 ਤੋਂ ਬਾਅਦ 16 ਤੋਂ ਬਾਅਦ 19। ਬੜਾ ਫਰਕ ਨਹੀਂ ਹੈਗਾ, ਬੇਸਿਕ ਫੰਕਸ਼ਨ ਉਹੀ ਨੇ, ਕੁਝ ਚੀਜ਼ਾਂ ਫਰਕ ਨੇ, ਉਹ ਲਿਖਣ ਨੂੰ ਹੀ ਲਿਖ ਦਿੰਦਾ। ਤਾਂ ਇਹ ਫੰਕਸ਼ਨ ਸਾਰਿਆਂ ਜੀ ਸੇਮ ਆ। ਤਾਂ ਆਪਾਂ ਦੇਖ ਲੈਂਦੇ ਆ, ਜੇ ਸਲਾਈਡ ਸ਼ੋ ਆਪਾਂ ਦੇਖ ਕੇ ਵੀ ਆਏ ਆ, ਬਿਗਨਿੰਗ ਤੋਂ ਕਰਨਾ ਤਾਂ F5 ਆ, ਜੇ ਕਰੰਟ ਸਲਾਈਡ ਤੋਂ ਸ਼ਿਫਟ F5 ਆ, ਜੇ ਪ੍ਰੈਜ਼ੈਂਟਰ ਵਿਊ ਤਾਂ ਆਲਟ F5 ਆ। ਤਾਂ ਇਹ ਪ੍ਰੈਜ਼ੈਂਟਰ ਵਿਊ ਹੈਗਾ ਨਾ ਜਿਹੜਾ, ਇਹ 2010 ਤੇ 7 ਦੇ ਵਿੱਚ ਅਵੇਲੇਬਲ ਨਹੀਂ ਹੈ, ਤਾਂ ਉੱਥੇ ਇਹ ਸ਼ਾਰਟਕਟ ਕੀ ਕੰਮ ਨਹੀਂ ਕਰਦੀ।
ਤਾਂ ਫਿਰ ਇਹਦਾ F5 ਆਂਸਰ ਸੀ। ਬਹੁਤ ਸੌਖਾ ਜਿਹਾ ਸਵਾਲ ਸੀ ਇਹ। ਤੇ ਅੱਗੇ ਕੀ ਹੋ ਗਿਆ, ਹਾਂ 6ਵਾਂ ਸਵਾਲ ਹਨਾ, ਇਹ ਆਪਾਂ ਪੜ੍ਹ ਚੁੱਕੇ ਹਾਂ। ਹਾਂ ਇਹ ਵੀ ਤੁਹਾਨੂੰ ਦੱਸਿਆ ਸੀ ਵੀ ਬਲੈਂਕ ਲੈ ਕੇ ਆਉਣਾ ਡਿਸਪਲੇ ਦੀ, ਬਲੈਕ ਸਲਾਈਡ, ਸੌਰੀ ਬਲੈਂਕ ਨਹੀਂ ਬਲੈਕ, ਹਾਂ ਬਲੈਕ ਸਲਾਈਡ, ਖਾਲੀ ਤੇ ਆਪਣੇ ਕੋਲੇ ਬਲੈਕ ਆ, ਦੇਖੋ ਡਾਟ ਦੱਬਿਆ, ਖਾਲੀ ਵੀ ਹੈ ਬਲੈਕ ਵੀ ਹੈ ਹਨਾ। ਇਸ ਤਰੀਕੇ ਦੇ ਨਾਲ W ਹੈ, ਵਾਈਟ ਦੇ ਲਈ ਕੌਮਾ ਵੀ ਹੈ ਹਨਾ, ਇਹ ਆਪਾਂ ਕਰ ਸਕਦੇ। ਅਗਲਾ ਸਵਾਲ ਹੈਗਾ ਨੇਮ ਦੀ ਸ਼ਾਰਟਕਟ ਕੀ ਟੂ ਐਗਜ਼ਿਟ ਦੀ ਸਲਾਈਡ ਸ਼ੋ ਇਨ ਪ੍ਰੈਜੈਂਟੇਸ਼ਨ। ਬਹੁਤ ਸੌਖਾ, ਮੈਂ ਤੁਹਾਨੂੰ ਕਰਕੇ ਵੀ ਦਿਖਾਇਆ ਇਹ, ਐਸਕੇਪ ਹੈ, ਆਂਸਰ B ਹੈ ਦੇਖੋ, ਠੀਕ ਆ। ਇਹ ਦੱਸਤਾ S ਹੁੰਦਾ ਐਂਡ ਕਰਨ ਦੇ ਲਈ ਐਸਕੇਪ, ਸਟਾਪ ਔਰ ਰੀਸਟਾਰਟ ਦੇ ਲਈ S, ਇਹ ਆਪਾਂ ਪੜ੍ਹ ਚੁੱਕੇ ਹਾਂ ਚੀਜ਼ਾਂ ਹਨਾ। ਤੇ ਪਾਵਰ ਪੁਆਇੰਟ 2010 ਐਂਡ 2007 ਦੇ ਵਿੱਚ ਹਾਈਫਨ ਯੂਜ਼ ਕੀਤਾ ਜਾਂਦਾ। ਕਲੀਅਰ, ਤੁਸੀਂ ਕਰਕੇ ਦੇਖ ਲਓ ਜੇ ਤੁਹਾਡੇ ਕੋਲੇ ਹੈ ਤਾਂ ਫਿਰ ਇਹਦਾ ਕੀ ਹੋ ਗਿਆ, ਆਂਸਰ B ਹੋ ਗਿਆ। ਅਗਲਾ ਸਵਾਲ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਯੂਜ਼ਡ ਟੂ ਐਡ ਨਿਊ ਸਲਾਈਡ ਇਨ ਪਾਵਰ ਪੁਆਇੰਟ। ਇਹ ਰਿਪੀਟ ਹੋ ਗਿਆ ਦੇਖੋ, ਪਿਛਲਾ ਹੋਰ ਸਵਾਲ ਸੀ, ਹੋਰ ਸ਼ਿਫਟ ਦੇ ਵਿੱਚ ਆਇਆ ਸੀ, PSPCL ਦੇ ਵਿੱਚ ਇਹ ਹੋਰ ਹੈ, ਤਾਂ ਕੰਟਰੋਲ M ਸੀ ਆਂਸਰ, ਠੀਕ ਹੈ। ਇਹ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਸੀ ਸਾਰਾ। ਅਗਲਾ ਸਵਾਲ ਹੈ ਕਹਿੰਦਾ ਵਿਚ ਸ਼ਾਰਟਕਟ ਕੀ ਯੂਜ਼ ਟੂ ਗੋ ਟੂ ਸਲਾਈਡ ਸ਼ੋ ਟੈਬ ਇਨ ਮਾਈਕਰੋਸਾਫਟ ਪਾਵਰ ਪੁਆਇੰਟ। ਇਹ ਮੈਂ ਤੁਹਾਨੂੰ ਸਾਰੀਆਂ ਦੱਸਤੀਆਂ ਟੈਬ। ਸਲਾਈਡ ਸ਼ੋ ਦੇ ਲਈ S, ਸੋ ਨਹੀਂ ਸ਼ੋ, ਚਲੋ ਸੋ ਵੀ ਬੋਲਦੇ ਆ, ਕਹਿੰਦੇ ਸੰਗਰੂਰ ਵਾਲੇ, ਉਹ ਕਹਿਣਗੇ ਵੀ ਸੋ ਵੀ ਤਾਂ ਹੁੰਦਾ ਹੈ ਨਾ। ਚਲੋ ਸਲਾਈਡ ਸ਼ੋ ਦੇ ਲਈ Alt S ਹੁੰਦਾ, ਠੀਕ ਹੈ। ਇਹ ਮੈਂ ਤੁਹਾਨੂੰ ਸਾਰੀਆਂ ਟੈਬਸ ਦੱਸਤੀਆਂ ਸੀਗੀਆਂ ਵੀ ਕਿਹੜੀ ਕਿਹੜੇ ਲਈ ਵਰਤੀ ਜਾਂਦੀ ਹੈ, ਠੀਕ ਹੈ। ਆਂਸਰ B ਹੈ ਇਹਦਾ। ਤੇ ਜੇ ਦੇਖਣਾ ਚਾਹੁੰਦੇ ਹੋ ਤਾਂ ਮੈਂ ਦੁਬਾਰੇ ਦੱਸ ਦਿੰਦਾ, ਐਨੀਮੇਸ਼ਨ ਦੇ ਲਈ A, ਰਿਕਾਰਡ ਦੇ ਲਈ C, ਗਰੁੱਪ ਡਿਜ਼ਾਈਨ ਦੇ ਲਈ G, ਗਰੁੱਪ ਆ ਗਿਆ ਸੀ, ਡਿਜ਼ਾਈਨ ਦੇ ਲਈ G, ਤੇ ਸਵਿਚ ਕਰਨ ਦੇ ਲਈ ਹੋਮ ਦੇ ਵਿੱਚ H, ਟ੍ਰਾਂਜੀਸ਼ਨ ਦੇ ਲਈ K, ਕਿੱਧਰੋਂ ਆ ਗਿਆ ਕਦੇ ਕਿੱਧਰੋਂ ਆ ਗਿਆ ਕਦੇ ਕਿੱਧਰੋਂ ਹਨਾ, ਉਹਦੇ ਲਈ K, ਤੇ ਇਨਸਰਟ ਦੇ ਲਈ N, ਤੇ ਜਿਹੜਾ ਸੀ ਰਿਵਿਊ ਉਹਦੇ ਲਈ R, ਫਿਰ ਸਵਿਚ ਕਰਨਾ ਸੀ ਸਲਾਈਡ ਸ਼ੋ ਦੇ ਵਿੱਚ ਉਹਦੇ ਵਿੱਚ S, ਤੇ ਵਿਊ ਦੇ ਵਿੱਚ W ਹਨਾ। ਸੋ ਇਸ ਤਰੀਕੇ ਦੇ ਨਾਲ ਇਹ ਸਵਾਲ ਬਣਦਾ। ਅਗਲਾ ਸਵਾਲ ਕਹਿੰਦਾ ਇਨ MS PowerPoint 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਰਿਪੀਟ ਦੀ ਲਾਸਟ ਫਾਈਂਡ ਐਕਸ਼ਨ। ਇਹ ਤਾਂ ਮੈਂ ਹੁਣੀ ਕਰਾ ਕੇ ਗਿਆ ਤੁਹਾਨੂੰ ਵੀ ਲਾਸਟ ਸਰਚ ਜਾਂ ਫਾਈਂਡ ਐਕਸ਼ਨ ਦੇ ਲਈ ਸੀਗਾ ਸ਼ਿਫਟ F4, ਸ਼ਿਫਟ F4। ਅਗਲਾ ਸਵਾਲ ਕਹਿੰਦਾ ਇਨ PowerPoint 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਡਿਕਰੀਜ਼ ਦੀ ਫੌਂਟ ਸਾਈਜ਼ ਬਾਈ 1। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਸਵਾਲ ਆ। ਦੇਖੋ ਫੌਂਟ ਸਾਈਜ਼ ਘਟਾਉਣਾ, ਆਹ ਫੌਂਟ ਸਾਈਜ਼ ਵਧਾਉਣ ਦੇ ਲਈ ਹੁੰਦਾ, ਆਹ ਘਟਾਉਣ ਦੇ ਲਈ ਹੁੰਦਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਨਹੀਂ ਤਾਂ ਦੁਬਾਰੇ ਦੱਸ ਦਿੰਦਾ। ਸਾਈਜ਼ ਨੂੰ ਡਿਕਰੀਜ਼ ਤੇ ਇਨਕਰੀਜ਼ ਕਰਨਾ, ਇਹ ਦੋਨੋਂ ਹੀ ਫੌਂਟ ਸਾਈਜ਼ ਨੂੰ ਡਿਕਰੀਜ਼ ਕਰਦੇ ਨੇ ਹਨਾ, ਤੇ ਇਨਕਰੀਜ਼ ਕਰਨ ਦੇ ਲਈ ਹੈਗੇ ਨੇ ਇਹ ਇਨਕਰੀਜ਼ ਕਰਦੇ ਨੇ। ਤਾਂ ਫਿਰ ਇਹਦਾ ਆਂਸਰ ਜਿਹੜਾ ਸੀਗਾ ਇਸ ਕੁਐਸਚਨ ਦਾ ਫਿਰ B ਆਂਸਰ ਹੋ ਗਿਆ, ਠੀਕ ਹੈ। ਇਹ 11ਵਾਂ ਕੁਐਸਚਨ ਸੀ। ਇਹ ਆਪਣੇ ਟੋਟਲ ਕਹਿ ਸਕਦੇ ਹਾਂ ਵੀ 11 ਸਵਾਲ ਤੇ ਪਲੱਸ ਆਪਾਂ ਸ਼ਾਰਟਕਟ ਡਿਸਕਸ ਕੀਤੇ ਨੇ। ਪਾਰਟ 1 ਸੀਗਾ, ਇਸ ਤੋਂ ਬਾਅਦ ਆਪਾਂ ਪਾਰਟ 2 ਡਿਸਕਸ ਕਰਾਂਗੇ। ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਦਾ ਲੱਗਿਆ ਤੁਹਾਨੂੰ। ਸਮਾਂ ਥੋੜਾ ਸੀ, ਮੈਂ ਉਹ ਕਹਿ ਸਕਦੇ ਹਾਂ ਵੀ ਟ੍ਰਿਕ ਜੇ ਹਜੇ ਇੰਨੇ ਨਹੀਂ ਬਣਾ ਸਕਿਆ ਹਨਾ। ਤੁਸੀਂ ਵੀ ਹੈਲਪ ਕਰੋ ਟ੍ਰਿਕ ਬਣਾਉਣ ਦੇ ਵਿੱਚ, ਤਾਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਕਰਕੇ ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ, ਇਹ ਟੀਮ ਵਰਕ ਆ। ਤੁਸੀਂ ਵੀ ਹਿੱਸਾ ਹੋ, ਤੁਸੀਂ ਵੀ ਬਾਈਨਰੀ ਇੰਸਟ੍ਰਕਟਰ ਦਾ ਪਾਰਟ ਹੋ, ਤੁਹਾਡਾ ਆਪਣਾ ਹੀ ਚੈਨਲ ਆ ਹਨਾ। ਤਾਂ ਜਿੰਨਾ ਜ਼ਿਆਦਾ ਆਪਾਂ ਕੰਮ ਕਰਾਂਗੇ, ਮਿਹਨਤ ਕਰਾਂਗੇ, ਉਨੀ ਜ਼ਿਆਦਾ ਇੰਪਰੂਵਮੈਂਟ ਕਰਾਂਗੇ ਚੀਜ਼ਾਂ ਨੂੰ, ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ। ਤੁਹਾਡੀ ਸਾਰਿਆਂ ਦੀ ਇਨਵੋਲਵਮੈਂਟ ਦੇ ਨਾਲ ਹੀ ਹੁੰਦਾ, ਤੇ ਤੁਸੀਂ ਸਾਰਿਆਂ ਨੇ ਸ਼ੇਅਰ ਕਰਨਾ, ਬਾਕੀ ਸਟੂਡੈਂਟਸ ਤੱਕ ਲੈ ਕੇ ਜਾਣੀਆਂ ਚੀਜ਼ਾਂ ਹਨਾ। ਤਾਂ ਉਸ ਚੀਜ਼ ਦੇ ਨਾਲ ਹੌਸਲਾ ਮਿਲਦਾ ਹੈ। ਸੋ ਜੁੜੇ ਰਹੋ ਉਹਨਾਂ ਟਾਈਮ ਚੈਨਲ ਦੇ ਨਾਲ। ਆਪਾਂ ਨੈਕਸਟ ਜਲਦੀ ਪਾਰਟ ਦੂਸਰਾ ਬਹੁਤ ਜਲਦੀ ਲੈ ਕੇ ਆਵਾਂਗੇ। ਥੈਂਕ ਯੂ।